ਸ਼ਲੋਕ ਮਹਿਲਾ ਪੰਜਵਾਂ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਇਸ ਪਾਵਨ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ, ਆਨੰਦ ਖੇੜਾ ਔਰ ਪ੍ਰਸੰਨਤਾ, ਵਿਗਾਸਤਾ ਕਿਵੇਂ ਆ ਸਕਦੀ ਹੈ। ਸੋਏ ਦਾ ਮਤਲਬ ਕਨਸੋ, ਸ਼ੋਭਾ। ਸੁਨੰਦੜੀ ਦਾ ਮਤਲਬ ਸੁਣਨ ਕਰਕੇ। ਮੌਲਾ ਦਾ ਮਤਲਬ ਹਰਿਆ ਹੋ ਜਾਂਦਾ ਹੈ। ਨਾਮ ਦਾ ਮਤਲਬ ਹੁਕਮ ਔਰ ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਜਪੰਦੜੀ ਦਾ ਮਤਲਬ ਸਾਂਝ ਪਾਣਾ। ਲਾਲੀ ਦਾ ਮਤਲਬ ਖੁਸ਼ੀ ਚੜ ਜਾਂਦੀ ਹੈ। ਤਾਂ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਕਿ ਹੇ ਪ੍ਰਭੂ, ਜਦੋਂ ਮੈਂ ਤੇਰੀ ਸਿਫਤ ਸਲਾਹ ਸੁਣਦਾ ਹਾਂ, ਤੇਰੇ ਗੁਣਾਂ ਬਾਰੇ ਸੁਣਦਾ ਹਾਂ, ਤੇਰੀ ਕੁਦਰਤ ਬਾਰੇ, ਤੇਰੇ ਇਸ ਸੰਸਾਰ ਬਾਰੇ, ਤੇਰੇ ਵਿਸਥਾਰ ਬਾਰੇ, ਤੇਰੀਆਂ ਕਲਾਵਾਂ ਬਾਰੇ, ਤਾਂ ਮੇਰਾ ਤਨ ਮਨ ਹਰਾ ਭਰਾ ਹੋ ਜਾਂਦਾ ਹੈ। ਤਨ ਮਨ ਦੇ ਅੰਦਰ ਖੁਸ਼ੀ ਆ ਜਾਂਦੀ ਹੈ। ਮੇਰੇ ਅੰਦਰ ਚੜ੍ਹਦੀ ਕਲਾ ਬਣਦੀ ਹੈ। ਮੇਰੇ ਅੰਦਰ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ। ਨਾਮ ਜਪੰਦੜੀ ਲਾਲੀ, ਤੇ ਨਾਮ ਦਾ ਮਤਲਬ ਹੁਕਮ, ਜਪੰਦੜੀ ਦਾ ਮਤਲਬ ਜਪਦਿਆਂ, ਜਾਣਦਿਆਂ, ਹੁਕਮ ਵਿੱਚ ਤੁਰਦਿਆਂ, ਤਾਂ ਮੇਰੇ ਜੀਵਨ ਦੇ ਅੰਦਰ ਖੁਸ਼ੀ ਮਹਿਸੂਸ ਹੁੰਦੀ ਹੈ। ਮਨ ਨੂੰ ਲਾਲੀ ਚੜ ਜਾਂਦੀ ਹੈ। ਜਿਵੇਂ ਅਸੀਂ ਕਹਿੰਦੇ ਨਹੀਂ, ਫਲਾਂ ਬੰਦੇ ਦੇ ਚਿਹਰੇ ਤੇ ਨੂਰ ਹੈ। ਚਿਹਰੇ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਅੰਦਰ ਕੀ ਹੈ। ਸਾਡੀਆਂ ਜੋ ਅੱਖਾਂ ਨੇ, ਸਾਡਾ ਜੋ ਚਿਹਰਾ ਹੈ, ਉਹ ਬਿਆਨ ਕਰ ਦਿੰਦਾ ਹੈ। ਜੇ ਕਿਸੇ ਦੇ ਅੰਦਰ ਚਿੰਤਾ ਹੋਵੇ ਤਾਂ ਉਹਦਾ ਚਿਹਰਾ ਮੁਰਝਾਇਆ ਹੋਏਗਾ। ਤੇ ਅਸੀਂ ਕਈ ਵਾਰ ਪੁੱਛ ਲੈਂਦੇ ਹਾਂ, ਵੀਰ ਜਾਂ ਭੈਣ, ਕੀ ਪ੍ਰੋਬਲਮ ਹੈ, ਕੋਈ ਫਿਕਰ ਹੈ, ਕੋਈ ਚਿੰਤਾ ਹੈ, ਕਿਉਂਕਿ ਚਿਹਰੇ ਤੋਂ ਝਲਕ ਪੈਂਦਾ ਹੈ। ਤੇ ਜਿਸ ਬੰਦੇ ਦੀ ਸੋਚ ਦੇ ਅੰਦਰ ਚੜ੍ਹਦੀ ਕਲਾ ਹੋਵੇ, ਪੋਜ਼ਿਟਿਵ ਥਿੰਕਿੰਗ ਹੋਵੇ, ਸ਼ੁਭ ਗੁਣ ਹੋਣ, ਖੁਸ਼ ਹੋਵੇ, ਤਾਂ ਉਹਦਾ ਚਿਹਰਾ ਵੀ ਖੁਸ਼ ਨਜ਼ਰੀ ਪਵੇਗਾ। ਇਸੇ ਨੂੰ ਕਹਿੰਦੇ ਨੇ ਲਾਲੀ ਦਾ ਚੜ੍ਹ ਜਾਣਾ। ਤਾਂ ਮੇਰੀ ਜ਼ਿੰਦਗੀ ਅੰਦਰ ਖੁਸ਼ੀ ਆ ਜਾਂਦੀ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਤਨ ਮਨ ਦੇ ਅੰਦਰ ਖੁਸ਼ੀ ਰਹੇ, ਤਾਂ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਪੰਧ ਦਾ ਮਤਲਬ ਰਾਸਤਾ, ਜੁਲੰਦੜੀ ਦਾ ਮਤਲਬ ਤੁਰਦਿਆਂ, ਜੁਲਣਾ ਦਾ ਮਤਲਬ ਹੁੰਦਾ ਹੈ ਤੁਰਨਾ, ਜੁਲੰਦੜੀ ਦਾ ਮਤਲਬ ਤੁਰਦਿਆਂ, ਅੰਦਰ ਦਾ ਮਤਲਬ ਹਿਰਦਾ, ਗੁਰਦਰਸ਼ਨ ਦਾ ਮਤਲਬ ਗੁਰੂ ਦਾ ਦਰਸ਼ਨ, ਦੇਖ ਦਾ ਮਤਲਬ ਦੇਖ ਕੇ, ਨਿਹਾਲੀ ਦਾ ਮਤਲਬ ਖੁਸ਼ ਹੋ ਜਾਣਾ, ਖਿੜ ਜਾਣਾ। ਤੇਰੇ ਰਾਹ ਤੇ ਤੁਰਦਿਆਂ ਮੇਰਾ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ। ਤੇਰੇ ਰਾਹ ਤੇ ਤੁਰਦਿਆਂ, ਤੇਰੇ ਗੁਣਾਂ ਨੂੰ ਫੋਲੋ ਕਰਦਿਆਂ, ਤੇਰੀ ਰਜ਼ਾ ਦੇ ਵਿੱਚ ਤੁਰਦਿਆਂ, ਜੋ ਮੇਰਾ ਹਿਰਦਾ ਹੈ ਉਹ ਠੰਡਾ ਠਾਰ ਹੋ ਜਾਂਦਾ ਹੈ। ਤੇ ਗੁਰੂ ਦਾ ਦਰਸ਼ਨ ਦੇਖ ਕੇ ਮੈਂ ਖੁਸ਼ ਔਰ ਪ੍ਰਸੰਨ ਹੋ ਜਾਂਦਾ ਹਾਂ। ਗੁਰੂ ਦਾ ਦਰਸ਼ਨ ਦੇਖ ਕੇ ਮੈਂ ਖੁਸ਼ ਔਰ ਪ੍ਰਸੰਨ ਹੋ ਜਾਂਦਾ ਹਾਂ। ਭਾਵ ਮੇਰੀ ਜ਼ਿੰਦਗੀ ਦੇ ਅੰਦਰ ਖੁਸ਼ੀ, ਖੇੜਾ ਔਰ ਪ੍ਰਸੰਨਤਾ ਆ ਜਾਂਦੀ ਹੈ। ਹੁਣ ਗੁਰੂ ਦੇ ਦਰਸ਼ਨ ਦੇਖਣ ਦਾ ਇੱਥੇ ਮੀਨਿੰਗ ਹੈ ਗੁਰੂ ਦਾ ਮਿਲਾਪ, ਗੁਰੂ ਦੇ ਨਾਲ ਮਿਲ ਜਾਣਾ। ਦਰਸ਼ਨ ਦਾ ਮਤਲਬ ਫਿਲਾਸਫੀ ਔਰ ਵਿਚਾਰਧਾਰਾ ਵੀ ਹੁੰਦਾ ਹੈ। ਗੁਰੂ ਦੇ ਦਰਸ਼ਨ ਦੇਖਣ ਦਾ ਮਤਲਬ ਗੁਰੂ ਦੇ ਨਾਲ ਜਦੋਂ ਮੈਂ ਮਿਲਦਾ ਹਾਂ, ਗੁਰੂ ਦੇ ਦਰਸ਼ਨ ਰਾਹਾਂ ਤੇ ਤੁਰਦਾ ਹਾਂ, ਤਾਂ ਮੈਂ ਨਿਹਾਲ ਹੋ ਜਾਂਦਾ ਹਾਂ। ਮੇਰੀ ਜ਼ਿੰਦਗੀ ਦੇ ਅੰਦਰ ਖੁਸ਼ੀ ਆ ਜਾਂਦੀ। ਤਾਂ ਇੱਥੋਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਕੀ ਮਿਲ ਰਿਹਾ ਹੈ ਕਿ ਜੇ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਚੱਲੀਏ, ਰੱਬ ਦੀ ਰਜ਼ਾ ਵਿੱਚ ਤੁਰੀਏ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰੀਏ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਖੇੜਾ ਆ ਸਕਦੀ ਹੈ, ਅੰਦਰ ਸ਼ਾਂਤੀ ਵਰਤ ਸਕਦੀ ਹੈ। ਔਰ ਗੁਰੂ ਦਾ ਪਾਠ ਦੀਦਾਰ ਕਰਕੇ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਰਹਿਮਤ ਔਰ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ ਔਰ ਸਾਡੇ ਜੀਵਨ ਵਿੱਚ ਖੁਸ਼ੀ ਖੇੜਾ ਪ੍ਰਸੰਨਤਾ ਆ ਸਕਦੀ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਮਹਿਲਾ ਪੰਜਵਾਂ। ਹੱਠ ਮੰਜਾਹੂੰ ਮੈਂ ਮਾਨਕ ਲੱਧਾ। ਇਹਨੂੰ ਲੱਧਾ ਨਹੀਂ ਪੜਨਾ, ਲੱਲੇ ਤੇ ਅੱਧਕ ਲਗਾ ਕੇ ਲੱਧਾ। ਤੇ ਇੱਥੇ ਹੱਠ ਦਾ ਮਤਲਬ ਜਿੱਦ ਨਹੀਂ ਹੈ। ਇੱਥੇ ਹੱਠ ਦਾ ਮਤਲਬ ਹੈ ਹਿਰਦਾ। ਮੰਜਾਹੂੰ ਦਾ ਮਤਲਬ ਵਿੱਚ। ਹੱਠ ਮੰਜਾਹੂੰ ਦਾ ਮਤਲਬ ਹਿਰਦੇ ਦੇ ਵਿੱਚ। ਮੈਂ ਦਾ ਮਤਲਬ ਮੈਂ, ਤੇ ਮਾਨਕ ਦਾ ਮਤਲਬ ਲਾਲ। ਮਾਨਕ ਮੋਤੀ ਹੁੰਦੇ ਨੇ ਜੋ ਲਾਲ ਕੀਮਤੀ। ਲੱਧਾ ਦਾ ਮਤਲਬ ਲੱਭਿਆ ਹੈ। ਮੈਂ ਆਪਣੇ ਹਿਰਦੇ ਦੇ ਅੰਦਰ ਇੱਕ ਲਾਲ ਲੱਭਾ ਹੈ। ਹੁਣ ਹਿਰਦੇ ਦਾ ਮਤਲਬ, ਹਿਰਦਾ ਇੱਕ ਦਿਲ ਹੈ, ਤੇ ਦਿਲ ਇੱਕ ਸਰੀਰ ਦਾ ਅੰਗ ਹੈ ਜਿਹੜਾ ਕਿ ਖੂਨ ਪੰਪ ਕਰਦਾ ਹੈ। ਹੁਣ ਇੱਥੇ ਉਸ ਹਿਰਦੇ ਦਿਲ ਦੀ ਗੱਲ ਨਹੀਂ ਹੈ।
ਇੱਥੇ ਹਿਰਦੇ ਦਾ ਮਤਲਬ ਸਾਡੀ ਸੋਚ, ਸਾਡੀ ਜੋ ਮੈਂਟੈਲਿਟੀ ਹੈ। ਮੈਂ ਆਪਣੀ ਸੋਚ ਦੇ ਅੰਦਰ ਇੱਕ ਕੀਮਤੀ ਲਾਲ ਲੱਭਾ ਹੈ। ਤੇ ਯਾਦ ਰੱਖਣਾ, ਹਰ ਇਨਸਾਨ ਦੀ ਸੋਚ ਦੇ ਅੰਦਰ, ਮਨ ਬੁੱਧੀ ਦੇ ਅੰਦਰ ਕੀਮਤੀ ਹੀਰੇ ਲਾਲ ਮੋਤੀ ਨੇ, ਹਰ ਇੱਕ ਦੀ ਅੰਦਰ ਨੇ। ਜਿਵੇਂ ਆਪਾਂ ਰੋਜ਼ ਬੇਨਤੀ ਮੈਂ ਕਰ ਰਿਹਾ ਕਿ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਹਰ ਇਨਸਾਨ ਦੇ ਅੰਦਰ ਮੌਜੂਦ ਨੇ, ਪਰ ਬੰਦਾ ਇਹਨਾਂ ਨੂੰ ਯੂਜ਼ ਨਹੀਂ ਕਰ ਰਿਹਾ। ਤੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਿਰਫ ਇਹ ਗੁਣ ਹੀ ਮੌਜੂਦ ਨਹੀਂ, ਹਰ ਇਨਸਾਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਇਹ ਸਾਰੀਆਂ ਅਲਾਮਤਾਂ ਵੀ ਬੰਦੇ ਦੀ ਸੋਚ ਦੇ ਅੰਦਰ ਨੇ। ਹੁਣ ਅੰਦਰੋਂ ਲੱਭਣਾ ਹੈ, ਯੂਜ਼ ਕਰਨਾ ਹੈ ਕਿ ਅਸੀਂ ਕਿਸ ਚੀਜ਼ ਨੂੰ ਯੂਜ਼ ਕਰਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਆਪਣੇ ਹਿਰਦੇ ਦੇ ਅੰਦਰ ਇੱਕ ਮਾਣਕ ਕੀਮਤੀ ਦਾਤ ਲੱਭੀ ਹੈ। ਤੇ ਉਹ ਕੀਮਤੀ ਦਾਤ ਕੀ ਹੈ? ਸੱਚ। ਉਹ ਕੀਮਤੀ ਦਾਤ ਹੈ ਰੱਬੀ ਗੁਣ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਕੇਵਲ ਸੱਚ ਇੱਕ ਐਸੀ ਚੀਜ਼ ਹੈ ਜੋ ਮਨੁੱਖੀ ਮਨ ਦੇ ਅੰਦਰੋਂ ਸਾਰੇ ਪਾਪਾਂ ਵਿਕਾਰਾਂ ਨੂੰ ਧੋ ਕੇ ਕੱਢ ਸਕਦਾ ਹੈ। ਮੁੱਲ ਨਾ ਕਿੱਧਾ, ਮੈਕੂ ਸਤਿਗੁਰ ਦਿੱਤਾ। ਕਿੱਧਾ ਦਾ ਮਤਲਬ ਹੁੰਦਾ ਹੈ ਲੈਣਾ, ਇਹ ਲਹਿੰਦੀ ਪੰਜਾਬੀ ਹੈ। ਕਿੱਧਾ ਦਾ ਮਤਲਬ ਲੈਣਾ, ਮੈਕੂ ਦਾ ਮਤਲਬ ਮੈਨੂੰ। ਸਤਿਗੁਰ ਨੇ, ਇੱਥੇ ਸਤਿਗੁਰ ਦੇ ਰਾਰੇ ਨਾਲ ਸਿਹਾਰੀ ਹੈ, ਸਤਿਗੁਰ ਨੇ। ਪਰ ਮੈਂ ਇਹ ਮਾਨਕ ਜਿਹੜਾ ਹੈ, ਸੱਚਾਈ ਹੈ, ਉੱਚੀ ਸੁੱਚੀ ਸੋਚ ਹੈ, ਮੈਂ ਇਹ ਮਾਨਕ ਮੋਤੀ ਕਿਸੇ ਤੋਂ ਮੁੱਲ ਨਹੀਂ ਲਿਆ, ਨਾ ਇਹ ਕਿਸੇ ਮੁੱਲ ਔਰ ਕੀਮਤ ਦੇ ਨਾਲ ਮਿਲਦਾ ਹੈ। ਮੈਕੂ ਸਤਿਗੁਰ ਦਿੱਤਾ, ਇਹ ਜਿਹੜਾ ਸੱਚ ਹੈ ਇਹ ਮੈਨੂੰ ਗੁਰੂ ਨੇ ਦਿੱਤਾ ਹੈ, ਗੁਰੂ ਦੇ ਗਿਆਨ ਰਾਹੀਂ ਮਿਲਿਆ ਹੈ। ਇਹ ਜੋ ਚੰਗੀ ਜ਼ਿੰਦਗੀ ਹੈ ਨਾ, ਸੱਚਾਈ ਵਾਲੀ, ਮਨ, ਬਚਨ ਔਰ ਕਰਮ ਕਰਕੇ ਸੱਚੇ ਹੋਣਾ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ, ਇਹ ਕਿਸੇ ਮੁੱਲ ਦੇ ਨਾਲ ਨਹੀਂ ਮਿਲਦੀ। ਜੋ ਪਿਆਰ ਮੁਹੱਬਤ ਹੈ ਨਾ, ਇਹ ਪੈਸੇ ਨਾਲ ਨਹੀਂ ਮਿਲਦੀ। ਤਾਂ ਆਪਾਂ ਪਿੱਛੇ ਵੀ ਵਿਚਾਰ ਕੀਤੀ ਸੀ ਕਿ ਜੇ ਪੈਸੇ ਦੇ ਨਾਲ ਇਹ ਪਿਆਰ ਬਣਦਾ, ਪੈਸੇ ਦੇ ਨਾਲ ਇਹ ਸੁਖ ਸ਼ਾਂਤੀ ਬਣਦੀ ਹੁੰਦੀ, ਤਾਂ ਜਿਵੇਂ ਹੁਣ ਬਿਲ ਗੇਟਸ ਹੈ, ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ, ਤਾਂ ਉਸ ਦੀ ਤਲਾਕ ਹੋ ਗਈ, ਆਪਸੀ ਤਾਲਮੇਲ ਨਹੀਂ ਨਾ ਬਣਿਆ। ਮੇਰਾ ਕਿਸੇ ਦੇ ਪਰਿਵਾਰ ਵਿੱਚ ਝਾਤੀ ਮਾਰਨ ਦਾ ਕੋਈ ਪ੍ਰਯੋਜਨ ਨਹੀਂ ਹੈ। ਸਿਰਫ ਪੈਸੇ ਦੇ ਨਾਲ ਇਹ ਚੀਜ਼ਾਂ ਮਿਲਦੀਆਂ ਨਹੀਂ, ਇਹ ਅੰਦਰ ਨੇ ਹਰ ਇਨਸਾਨ ਦੇ। ਜੋ ਗੁਰੂ ਦੀ ਪਾਵਨ ਬਾਣੀ ਨੂੰ ਫੋਲੋ ਕਰੇਗਾ, ਉਹਨੂੰ ਇਹ ਮਹਾਨ ਜ਼ਿੰਦਗੀ ਮਿਲ ਜਾਏਗੀ। ਔਰ ਇਹ ਮਾਨਕ ਹਰ ਇਨਸਾਨ ਦੇ ਅੰਦਰ ਮੌਜੂਦ ਹੈ, ਇਨਸਾਨੀਅਤ ਹਰ ਇੱਕ ਦੇ ਅੰਦਰ ਮੌਜੂਦ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਮੈਂ ਇਸ ਕਿਸੇ ਕੀਮਤ ਤੋਂ ਨਹੀਂ ਲਿਆ ਕਿ ਮੈਂ ਵਰਤ ਰੱਖੇ ਹੋਣ, ਨਰਾਤੇ ਕੀਤੇ ਹੋਣ, ਮਾਲਾ ਫੇਰੀਆਂ ਹੋਣ, ਸਮਾਧੀਆਂ ਲਾਈਆਂ ਹੋਣ, ਪਹਾੜਾਂ ਤੇ ਚੜਿਆ ਹੋਵਾਂ, ਮੈਂ ਵਰਤ ਨਰਾਤੇ ਸਰਾਧ ਕੀਤੇ ਹੋਣ, ਜਪ ਤਪ ਸੰਜਮ ਕੀਤਾ ਹੋਵੇ, ਇਹੋ ਜਿਹਾ ਕੋਈ ਮੁੱਲ ਮੈਂ ਨਹੀਂ ਤਾਰਿਆ, ਨਾ ਇਸ ਮੁੱਲ ਦੇ ਨਾਲ ਮਿਲਦਾ ਹੈ। ਗੁਰੂ ਦੀ ਰਹਿਮਤ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੇ ਗਿਆਨ ਰਾਹੀਂ ਮੈਨੂੰ ਇਹ ਦਾਤ ਅੰਦਰੋਂ ਪ੍ਰਾਪਤ ਹੋਈ ਹੈ। ਢੂੰਡ ਵੰਜਾਈ ਥੀਆ ਥਿੱਤਾ, ਇਹਨੂੰ ਵੰਜਾਈ ਨਹੀਂ ਪੜਨਾ। ਜਦੋਂ ਵੰਜਾਈ ਬੋਲਾਂਗੇ ਤੇ ਝੱਜਾ ਬੋਲ ਜਾਏਗਾ ਜਾਂ ਜੱਜਾ ਬੋਲ ਜਾਏਗਾ। ਨੰਨਾ ਬੋਲਣ ਦਾ ਯਤਨ ਕਰਨਾ ਹੈ, ਨੰਨਾ। ਢੂੰਡ ਵੰਜਾਈ ਥੀਆ ਥਿੱਤਾ। ਢੂੰਡ ਦਾ ਮਤਲਬ ਭਾਲ, ਇੱਥੇ ਭਾਲ ਦਾ ਮਤਲਬ ਹੈ ਭਟਕਣਾ। ਵੰਜਾਈ ਦਾ ਮਤਲਬ ਮੁਕਾ ਲਈ ਹੈ। ਥੀਆ ਥਿੱਤਾ ਦਾ ਮਤਲਬ ਮੈਂ ਟਿਕ ਗਿਆ ਹਾਂ ਇੱਕ ਜਗ੍ਹਾ ਤੇ, ਟਿਕਾਵ ਆ ਗਿਆ ਹੈ। ਥਿੱਤ ਦਾ ਮਤਲਬ ਹੁੰਦਾ ਹੈ ਸਥਿਤੀ, ਟਿਕਾਵ। ਤਾਂ ਉਹ ਜੋ ਮੈਨੂੰ ਅੰਦਰੋਂ ਸੱਚ ਮਿਲਿਆ ਹੈ, ਰੱਬੀ ਗੁਣ ਮਿਲੇ ਨੇ, ਉਹਦੀ ਬਰਕਤ ਨਾਲ ਮੇਰੀ ਭਟਕਣਾ ਮੁੱਕ ਗਈ ਹੈ ਔਰ ਮੈਂ ਹੁਣ ਇੱਕ ਥਾਂ ਤੇ ਟਿਕ ਗਿਆ ਹਾਂ। ਹੁਣ ਮੇਰਾ ਮਨ ਭਟਕਦਾ ਨਹੀਂ ਹੈ। ਜਿਵੇਂ 24 ਘੰਟਿਆਂ ਦੇ ਅੰਦਰ ਮਨੁੱਖੀ ਮਨ ਵਿੱਚ 60,000 ਦੇ ਕਰੀਬ ਵਿਚਾਰ ਆ ਰਹੇ ਨੇ। ਕਬਹੂ ਜੀੜਾ ਊਗ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਤਾਂ ਹੁਣ ਮੇਰਾ ਮਨ ਟਿਕ ਗਿਆ ਹੈ, ਮਨ ਭਟਕਦਾ ਨਹੀਂ। ਮਨ ਦੇ ਟਿਕਣ ਦਾ ਮਤਲਬ ਇਹ ਨਹੀਂ ਕਿ ਹੁਣ ਮਨ ਵਿੱਚ ਕੋਈ ਵਿਚਾਰ ਨਹੀਂ ਆਉਂਦਾ। ਹੁਣ ਮੇਰੇ ਮਨ ਦਾ ਇੱਕ ਗੋਲ ਬਣ ਗਿਆ ਹੈ, ਜੋ ਜਪਜੀ ਸਾਹਿਬ ਵਿੱਚ ਅਸੀਂ ਵਿਚਾਰਿਆ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਮੇਰਾ ਹੁਣ ਮਨ ਸੱਚ ਦੇ ਉੱਤੇ ਟਿਕ ਗਿਆ ਹੈ। ਮੈਨੂੰ ਹੁਣ ਸੱਚ ਦੇ ਨਾਲ ਟਿਕਣ ਨਾਲ ਸ਼ਾਂਤੀ ਮਿਲ ਗਈ ਹੈ। ਹੁਣ ਮੇਰੀ ਇਧਰ ਉਧਰ ਦੀ ਸਾਰੀ ਭਟਕਣਾ ਮੁੱਕ ਗਈ ਹੈ। ਜਨਮ ਪਦਾਰਥ ਨਾਨਕ ਜਿੱਤਾ। ਪਦਾਰਥ ਦਾ ਮਤਲਬ ਕੀਮਤੀ ਚੀਜ਼,
ਇਹ ਜੋ ਮਨੁੱਖਾ ਜੀਵਨ ਰੂਪ ਕੀਮਤੀ ਚੀਜ਼ ਹੈ ਨਾ, ਜਿੱਤਾ ਦਾ ਮਤਲਬ ਮੈਂ ਜਿੱਤ ਲਿਆ ਹੈ, ਸਫਲ ਕਰ ਲਿਆ ਹੈ, ਇਹਦੀ ਮੈਂ ਸਫਲਤਾ ਹਾਸਲ ਕਰ ਲਈ ਹੈ, ਅਸਲੀਅਤ ਜਿਹੜੀ ਸੀ ਉਹ ਪ੍ਰਾਪਤ ਕਰ ਲਈ ਹੈ। ਜਿੱਤਾ ਦਾ ਮਤਲਬ ਮਨੋਰਥ ਜੋ ਮੇਰੇ ਜੀਵਨ ਦਾ ਸੀ ਉਹ ਮੈਨੂੰ ਮਿਲ ਗਿਆ। ਹੁਣ ਜੀਵਨ ਦਾ ਮਨੋਰਥ ਕੀ ਹੈ ਸਾਡੇ ਦਾ? ਕਿ ਅਸੀਂ ਸਚਿਆਰ ਹੋ ਜਾਈਏ, ਸਚਿਆਰ ਹੋ ਕੇ ਜ਼ਿੰਦਗੀ ਜੀਣਾ ਹੀ ਸਾਡੇ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ। ਤਾਂ ਮੈਂ ਇਸ ਜਨਮ ਨੂੰ ਸਫਲ ਕਰ ਲਿਆ ਹੈ। ਉਸ ਮਨੁੱਖ ਦਾ ਜੀਵਨਾ ਸਫਲ ਹੈ ਜੋ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੈ, ਜੋ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ, ਜਿਸ ਦੇ ਜੀਵਨ ਵਿੱਚ ਬੁਰਾਈਆਂ, ਦੋਸ਼, ਪਾਪ, ਅਪਰਾਧ ਨਹੀਂ ਹਨ, ਜਿਸ ਦੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਨੇ, ਉਹਦਾ ਜੀਵਨ ਮੁਬਾਰਕ ਹੈ। ਤਾਂ ਮੇਰਾ ਇਹ ਜੀਵਨ ਮੁਬਾਰਕ ਹੋ ਗਿਆ ਹੈ, ਮੈਂ ਆਪਣੇ ਜੀਵਨ ਦਾ ਮਨੋਰਥ ਹਾਸਲ ਕਰ ਲਿਆ। ਪੌੜੀ, ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ। ਮਸਤਕ ਦਾ ਮਤਲਬ ਮੱਥੇ ਤੇ, ਕਰਮ ਦਾ ਮਤਲਬ ਇੱਥੇ ਹੈ ਮੱਥੇ ਦੇ ਉੱਤੇ ਲਿਖੇ ਹੋਏ ਜੋ ਲੇਖ ਨੇ, ਯਾਨੀ ਸੰਸਕਾਰ ਨੇ। ਸੋ ਸੇਵਾ ਲਾਗਾ, ਤੇ ਕਰਮ ਦਾ ਮਤਲਬ ਇਹ ਨਹੀਂ ਕਿ ਸਾਡੇ ਪਿੱਛੋਂ ਲਿਖੀ ਹੋਈ ਕਿਸਮਤ ਆ ਰਹੀ ਹੈ। ਇਹਦੇ ਬਾਰੇ ਆਪਾਂ ਕਾਫੀ ਖੁੱਲ ਕੇ ਵਿਚਾਰ ਕਰ ਚੁੱਕੇ ਹਾਂ, ਲੇਕਿਨ ਫਿਰ ਵੀ ਇਹ ਸ਼ਬਦ ਆਇਆ ਹੈ ਤਾਂ ਵਿਚਾਰ ਕਰਨੀ ਬਣਦੀ ਹੈ। ਜੋ ਅਸੀਂ ਰੋਜ਼ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਕਰਮ ਕਰਦੇ ਹਾਂ, ਸਾਡੇ ਮਸਤਕ ਦੇ ਅੰਦਰ ਸੰਸਕਾਰ ਪੈਦਾ ਹੋਈ ਜਾਂਦੇ ਨੇ, ਔਰ ਉਹ ਸੰਸਕਾਰ ਹੌਲੇ ਹੌਲੇ ਪੱਕੇ ਹੁੰਦੇ ਜਾਂਦੇ ਨੇ। ਇੱਕ ਨਿਊਰੋਨਲ ਪੈਟਰਨ ਬਣ ਜਾਂਦਾ ਹੈ। ਉਸ ਨਿਊਰੋਨਲ ਪੈਟਰਨ ਨੂੰ ਅਸੀਂ ਸੁਭਾਅ ਕਹਿੰਦੇ ਆ ਜਾਂ ਆਦਤਾਂ ਕਹਿੰਦੇ ਆ। ਤਾਂ ਜੈਸੀਆਂ ਬੰਦਾ ਕੋਈ ਆਦਤਾਂ ਬਣਾ ਲੈਂਦਾ ਹੈ, ਜੈਸੀ ਕੋਈ ਆਪਣੀ ਸੋਚ ਬਣਾ ਲੈਂਦਾ ਹੈ, ਵੈਸੇ ਹੀ ਉਹ ਬੋਲ ਔਰ ਕਰਮ ਕਰਦਾ ਹੈ, ਤੇ ਵੈਸਾ ਹੀ ਉਹਦੇ ਜੀਵਨ ਦਾ ਚੰਗਾ ਜਾਂ ਮੰਦਾ ਰਿਜ਼ਲਟ ਨਿਕਲਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਤੇ ਮਸਤਕ ਦੇ ਉੱਤੇ ਐਸੇ ਸੰਸਕਾਰ ਲਿਖੇ ਨੇ, ਜਿਨੇ ਆਪਣਾ ਐਸਾ ਸੁਭਾਅ ਬਣਾ ਲਿਆ ਹੈ, ਉਹ ਗੁਰੂ ਦੀ ਸੇਵਾ ਵਿੱਚ ਲੱਗਦਾ ਹੈ, ਉਹ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਉਹ ਰੱਬੀ ਰਜ਼ਾ ਵਿੱਚ ਤੁਰਦਾ ਹੈ। ਤੇ ਜਿਨੇ ਆਪਣੀ ਜ਼ਿੰਦਗੀ ਵਿੱਚ ਮਨਮਤੀ ਸੰਸਕਾਰ ਲਿਖ ਲੈਣੇ, ਉਹ ਉਸ ਰਾਸਤੇ ਦੇ ਉੱਤੇ ਤੁਰੀ ਜਾਂਦਾ ਹੈ। ਤਾਂ ਜਿਸਨੇ ਵੀ ਆਪਣੇ ਮਸਤਕ ਤੇ ਇਹ ਚੰਗੇ ਸ਼ੁਭ ਸੰਸਕਾਰ ਪੈਦਾ ਕੀਤੇ, ਉਹ ਗੁਰੂ ਦੀ ਸੇਵਾ ਦੇ ਵਿੱਚ ਲੱਗ ਗਿਆ, ਉਹ ਰੱਬੀ ਰਜ਼ਾ ਵਿੱਚ ਤੁਰਦਾ ਹੈ। ਜਿਸ ਗੁਰ ਮਿਲਿਆ, ਜਿਸ ਗੁਰ ਮਿਲ ਕਮਲ ਪ੍ਰਗਾਸਿਆ, ਸੋ ਅਨਦਿਨ ਜਾਗਾ। ਜਿਸ ਕਮਲ ਦਾ ਮਤਲਬ ਜਿਸ ਦਾ ਹਿਰਦਾ ਕਮਲ, ਹਿਰਦਾ ਕਮਲ, ਕਮਲ ਦੀ ਤਰ੍ਹਾਂ ਜਿਹਦਾ ਮਨ ਖਿੜ ਗਿਆ, ਜਿਹਦੇ ਮਨ ਦੇ ਅੰਦਰ ਖੇੜਾ ਆ ਗਿਆ। ਪ੍ਰਗਾਸਿਆ ਦਾ ਮਤਲਬ ਪ੍ਰਕਾਸ਼ ਪਿਆ, ਜਿਸ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ। ਤਾਂ ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦਾ ਹਿਰਦਾ ਕਮਲ ਖਿੜ ਪੈਂਦਾ ਹੈ, ਯਾਨੀ ਜਿਸ ਦੇ ਅੰਦਰ ਪੋਜ਼ਿਟਿਵ ਥਿੰਕਿੰਗ ਆ ਜਾਂਦੀ ਹੈ, ਜਿਹਦੇ ਅੰਦਰ ਸਕਾਰਾਤਮਕਤਾ ਆ ਜਾਂਦੀ ਹੈ, ਜਿਸ ਦੇ ਅੰਦਰ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ, ਜਿਸ ਦੇ ਹਿਰਦੇ ਤੋਂ ਰੋਗ ਸੋਗ ਮਿਟ ਜਾਂਦੇ ਨੇ, ਜਿਹਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਜੋ ਜ਼ਿੰਦਗੀ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ। ਸੋ ਅਨਦਿਨ ਜਾਗਾ, ਅਨਦਿਨ ਦਾ ਮਤਲਬ ਦਿਨ ਰਾਤ, ਜਾਗਾ ਦਾ ਮਤਲਬ ਉਹ ਜਾਗਦਾ ਹੈ। ਜਾਗਣ ਦਾ ਮਤਲਬ ਇਹ ਨਹੀਂ ਕਿ ਉਹ ਸੌਂਦਾ ਨਹੀਂ, ਜਾਗਣ ਦਾ ਮਤਲਬ ਉਹ ਸੁਚੇਤ ਰਹਿੰਦਾ ਹੈ ਕਿ ਮੇਰੇ ਤੋਂ ਕੋਈ ਵਿਕਾਰ ਨਾ ਹੋ ਜਾਏ, ਮੇਰੇ ਤੋਂ ਕੋਈ ਅਪਰਾਧ ਨਾ ਹੋ ਜਾਏ, ਮੈਂ ਕਿਸੇ ਨੂੰ ਦੁੱਖ ਨਾ ਦੇਵਾਂ, ਮੈਂ ਜੀਵਨ ਦੇ ਰਾਹ ਤੋਂ ਥਿੜਕ ਨਾ ਜਾਵਾਂ। ਉਹ ਹਮੇਸ਼ਾ ਸੁਚੇਤ ਹੁੰਦਾ ਹੈ ਔਰ ਹਮੇਸ਼ਾ ਸੱਚ ਦੇ ਰਾਹਾਂ ਤੇ ਚੱਲਦਾ ਹੈ, ਜਿਸ ਦਾ ਗੁਰੂ ਨੂੰ ਮਿਲ ਕੇ ਹਿਰਦਾ ਕਮਲ ਖਿੜ ਪਿਆ ਹੈ। ਤਾਂ ਇਹਦਾ ਮਤਲਬ, ਗੁਰੂ ਨੂੰ ਮਿਲਣ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ, ਗੁਰੂ ਦੀ ਪਾਵਨ ਬਾਣੀ ਨੂੰ ਇੰਪਲੀਮੈਂਟ ਕਰਨਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਜਿਸਨੇ ਅਪਣਾ ਲਿਆ, ਉਸ ਦਾ ਹਿਰਦਾ ਕਮਲ ਖਿੜ ਪਿਆ, ਉਹਦੇ ਅੰਦਰ ਪੋਜ਼ਿਟਿਵਿਟੀ ਹੈ। ਉਹ ਪੂਰੇ ਸੰਸਾਰ ਵਿੱਚ ਜਿੱਥੇ ਵੀ ਜਾਏਗਾ ਚੰਗਾ ਸੋਚੇਗਾ, ਚੰਗਾ ਕਰੇਗਾ, ਚੰਗਾ ਬੋਲੇਗਾ, ਔਰ ਦਿਨ ਰਾਤ ਉਹ ਸੁਚੇਤ ਰਹੇਗਾ। ਐਸੀ ਜ਼ਿੰਦਗੀ ਜੀਣੀ ਹੈ। ਗੁਰੂ ਜੀ ਸਾਡੇ ਤੋਂ ਐਸੇ ਜੀਵਨ ਦੀ ਉਮੀਦ ਕਰਦੇ ਨੇ। ਲੱਗਾ ਰੰਗ ਚਰਨਾਰ ਬਿੰਦ, ਸਭ ਭ੍ਰਮ ਭਉ ਭਾਗਾ। ਧਿਆਨ ਨਾਲ ਪੜਨਾ ਹੈ, ਚਰਨਾਰ ਬਿੰਦ ਨਹੀਂ ਪੜਨਾ। ਜਦੋਂ ਅਸੀਂ ਚਰਨਾਰ ਬੋਲਾਂਗੇ ਤਾਂ ਨੰਨਾ ਬੋਲ ਜਾਏਗਾ। ਮੈਨੂੰ ਧਿਆਨ ਨਾਲ ਸੁਣਿਓ, ਚਰਨਾਰ, ਹੁਣ ਨੰਨਾ ਬੋਲ ਰਿਹਾ ਹੈ, ਚਰਨਾਰ, ਨਾਰ ਨਹੀਂ ਬੋਲਣਾ, ਅਨਾਰ ਬੋਲਣਾ ਹੈ, ਅਨਾਣਾ। ਲੱਗਾ ਰੰਗ ਚਰਨਾਰ ਬਿੰਦ, ਸਭ ਭ੍ਰਮ ਭਉ ਭਾਗਾ। ਇਹਨੂੰ ਭਰਮ ਨਹੀਂ ਪੜਨਾ, ਭ੍ਰਮ ਪੜਨਾ ਹੈ। ਭ੍ਰਮ ਅੱਧਾ ਰਾਰਾ ਹੈ। ਚਰਨਾਰ ਬਿੰਦ ਦਾ ਮਤਲਬ ਚਰਨ ਪਲਸ ਅਰਬਿੰਦ। ਅਰਬਿੰਦ ਦਾ ਮਤਲਬ ਹੁੰਦਾ ਹੈ ਕਮਲ, ਯਾਨੀ ਪ੍ਰਭੂ ਦੇ ਕਮਲ ਵਰਗੇ ਸੋਹਣੇ ਚਰਨ। ਹੁਣ ਜਦੋਂ ਵੀ ਤੁਸੀਂ ਦੇਖੋਗੇ ਗੁਰੂ ਦੇ ਚਰਨਾਂ ਨੂੰ, ਰੱਬ ਦੇ ਚਰਨਾਂ ਨੂੰ ਕਮਲ ਦੇ ਫੁੱਲ ਦੇ ਨਾਲ ਤੁਲਨਾ ਦਿੰਦੇ ਨੇ। ਉਹਦਾ ਰੀਜ਼ਨ ਹੈ,
ਸਾਨੂੰ ਕੁਝ ਸਮਝਾਉਣਾ ਚਾਹੁੰਦੇ ਨੇ। ਕਮਲ ਪਾਣੀ ਵਿੱਚ ਹੈ, ਲੇਕਿਨ ਪਾਣੀ ਦੇ ਅੰਦਰ ਰਹਿੰਦਾ ਉਹ ਨਿਰਲੇਪ ਹੈ। ਗੁਰੂ ਇਸ ਸੰਸਾਰ ਵਿੱਚ ਹੈ, ਲੇਕਿਨ ਇਸ ਸੰਸਾਰ ਵਿੱਚ ਰਹਿੰਦਿਆਂ ਗੁਰੂ ਉਹ ਰੱਬ ਨਿਰਲੇਪ ਹੈ। ਕਮਲ ਦੇ ਫੁੱਲਾਂ ਅੰਦਰ ਕੋਮਲਤਾ ਹੈ ਤੇ ਗੁਰੂ ਦਾ ਹਿਰਦਾ ਔਰ ਸੋਚ ਵੀ ਕੋਮਲ ਹੈ। ਕਮਲ ਦੇ ਅੰਦਰ ਸੁਗੰਧ ਹੈ, ਗੁਰੂ ਦੇ ਅੰਦਰ ਸ਼ੁਭ ਗੁਣਾਂ ਦੀ ਸੁਗੰਧ ਹੈ। ਕਮਲ ਦੇ ਅੰਦਰ ਮਕਰੰਦ ਰਸ ਹੈ, ਗੁਰੂ ਦੇ ਅੰਦਰ ਸ਼ੁਭ ਗੁਣਾਂ ਦਾ ਰਸ ਹੈ। ਕਮਲ ਦੇ ਚਾਰ ਚਫੇਰੇ ਭੰਵਰੇ ਮੰਡਰਾਉਂਦੇ ਨੇ ਤੇ ਗੁਰੂ ਦੇ ਚਾਰ ਚਫੇਰੇ, ਗੁਰੂ ਦੀ ਸੋਚ ਤੇ ਚਫੇਰੇ ਸਿੱਖ ਜਿਹੜੇ ਨੇ ਉਹ ਮੰਡਰਾਉਂਦੇ, ਆਨੰਦ ਮਾਣਦੇ ਨੇ। ਕਮਲ ਦੇ ਵਿੱਚ ਇੱਕ ਕਮੀ ਹੈ। ਭੰਵਰਾ ਕਮਲ ਦੇ ਨਾਲ ਪਿਆਰ ਕਰਦਾ ਹੈ, ਰਾਤ ਨੂੰ ਕਮਲ ਬੰਦ ਹੋ ਜਾਂਦਾ ਹੈ, ਭੰਵਰੇ ਨੂੰ ਮੌਤ ਮਿਲ ਜਾਂਦੀ ਹੈ, ਪਰ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਕਰਨ ਵਾਲੇ ਨੂੰ ਮੌਤ ਨਹੀਂ, ਉਹਨੂੰ ਸदैਵੀ ਜੀਵਨ ਮਿਲਦਾ ਹੈ ਔਰ ਗੁਰੂ ਉਹਨੂੰ ਹਮੇਸ਼ਾ ਹਮੇਸ਼ਾ ਦੀ ਆਤਮਿਕ ਮੌਤ ਤੋਂ ਬਚਾ ਲੈਂਦਾ ਹੈ। ਤਾਂ ਚਰਨਾਰ ਬਿੰਦ ਦਾ ਮਤਲਬ ਪ੍ਰਭੂ ਦੇ ਸੋਹਣੇ ਚਰਨ, ਸੋਹਣੇ ਚਰਨ ਦਾ ਮਤਲਬ ਰੱਬ ਦੀ ਰਜ਼ਾ ਔਰ ਰੱਬੀ ਗੁਣ। ਲੱਗਾ ਰੰਗ ਚਰਨਾਰ ਬਿੰਦ, ਜਿਸ ਤੇ ਮਨ ਅੰਦਰ ਪ੍ਰਭੂ ਦੇ ਸੋਹਣੇ ਗੁਣਾਂ ਦਾ ਰੰਗ ਪਿਆਰ ਪੈਦਾ ਹੋ ਜਾਂਦਾ ਹੈ, ਸਭ ਭਰਮ ਭਉ ਭਾਗਾ, ਉਸ ਦੀ ਜ਼ਿੰਦਗੀ ਚੋਂ ਭਟਕਣਾ ਮੁੱਕ ਜਾਂਦੀ ਹੈ। ਭਰਮ ਦਾ ਮਤਲਬ ਭੁਲੇਖਾ ਮਿਟ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਕਿ ਸਾਰਾ ਦਿਸਦਾ ਜਗਤ ਸੰਸਾਰ ਜਿਹੜਾ ਹੈ ਉਹ ਰੱਬ ਦਾ ਰੂਪ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ ਹਨ ਨਾ, ਕਬੀਰ ਜਾ ਕੋ ਖੋਜ ਤੇ ਪਾਇਆ ਸੋਈ, ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਤਾ ਔਰ। ਜਿਹਨੂੰ ਮੈਂ ਕੋਈ ਹੋਰ ਸਮਝਦਾ ਸਾਂ, ਮੈਂ ਉਹਦਾ ਹੀ ਰੂਪ ਹੋ ਗਿਆ। ਭਰਮ ਨਿਕਲ ਜਾਂਦਾ ਹੈ, ਸਮਝ ਆ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਕਿ ਮੈਂ ਰੱਬ ਦਾ ਹੀ ਰੂਪ ਹਾਂ। ਸਮਝ ਆ ਜਾਂਦੀ ਹੈ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਿਤ ਜਲ ਤਰੰਗ ਜੈਸਾ। ਤੇ ਨਾਲ ਭੌ ਖਤਮ ਹੋ ਜਾਂਦਾ ਹੈ, ਡਰ ਖਤਮ ਹੋ ਜਾਂਦਾ ਹੈ। ਹੁਣ ਡਰ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਹੈ ਜੋ ਮਾੜੇ ਕਰਮ ਕਰਦਾ ਹੈ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਕਸੇਤ। ਡਰ ਪਾਪੀ ਦੇ ਮਨ ਵਿੱਚ ਹੁੰਦਾ ਹੈ ਕਿ ਮੇਰੇ ਪਾਪਾਂ ਦਾ ਪਤਾ ਨਾ ਲੱਗ ਜਾਏ। ਧਰਮੀ ਬੰਦੇ ਨੂੰ ਕੋਈ ਡਰ ਨਹੀਂ ਹੈ, ਜਿਸਨੇ ਕੋਈ ਚੋਰੀ ਬੇਈਮਾਨੀ ਕੀਤੀ ਨਹੀਂ, ਉਹਦੇ ਅੰਦਰ ਡਰ ਨਹੀਂ, ਤਾਂ ਉਹਦੀ ਜ਼ਿੰਦਗੀ ਚੋਂ ਡਰ ਖਤਮ ਹੋ ਜਾਂਦਾ ਹੈ। ਉਹਦੀ ਜ਼ਿੰਦਗੀ ਚੋਂ ਭੁਲੇਖੇ ਮੁੱਕ ਜਾਂਦੇ ਨੇ। ਕਿਸ ਦੀ ਜ਼ਿੰਦਗੀ ਚੋਂ? ਜਿਸ ਦੀ ਪ੍ਰੀਤ ਰੱਬੀ ਗੁਣਾਂ ਦੇ ਨਾਲ ਬਣ ਜਾਂਦੀ। ਆਤਮ ਜਿੱਤਾ ਗੁਰਮਤੀ ਆਗੰਜਤ ਪਾਗਾ। ਆਗੰਜਤ ਦਾ ਮਤਲਬ ਹੈਗਾ ਅਬਿਨਾਸ਼ੀ, ਪਾਗਾ ਦਾ ਮਤਲਬ ਪਾਇਆ ਹੈ। ਆਤਮ ਜਿੱਤਾ ਦਾ ਮਤਲਬ ਗੁਰੂ ਦੀ ਮੱਤ ਲੈ ਕੇ, ਗੁਰਮਤੀ ਦਾ ਮਤਲਬ ਗੁਰੂ ਦੀ ਮੱਤ। ਆਤਮ ਜਿੱਤਾ, ਇੱਥੇ ਆਤਮ ਦਾ ਮਤਲਬ ਹੈ ਆਪਣਾ ਆਪਾ, ਮਨ। ਉਹ ਗੁਰੂ ਦੀ ਮੱਤ ਦਾ ਧਾਰਨੀ ਹੋ ਕੇ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਗੁਰੂ ਦੀ ਮੱਤ ਲੈ ਕੇ ਉਸਨੇ ਆਪਣੇ ਮਨ ਨੂੰ ਜਿੱਤ ਲਿਆ ਹੈ, ਤੇ ਜਿਸ ਨੇ ਮਨ ਨੂੰ ਜਿੱਤ ਲਿਆ ਹੈ ਉਸਨੇ ਅਬਿਨਾਸ਼ੀ ਪ੍ਰਭੂ ਨੂੰ ਪਾ ਲਿਆ ਹੈ। ਇੱਥੇ ਆਤਮ ਦਾ ਮਤਲਬ ਮਨ ਹੈ। ਗੁਰੂ ਦੀ ਮੱਤ ਰਾਹੀਂ ਆਪਣੇ ਮਨ ਨੂੰ ਜਿੱਤਣਾ ਹੈ ਔਰ ਰੱਬ ਨੂੰ ਪਾ ਲੈਣਾ ਹੈ। ਮਨ ਨੂੰ ਜਿੱਤਣ ਦਾ ਮਤਲਬ ਕੀ ਹੈ? ਮਨ ਨੂੰ ਜਿੱਤਣ ਦਾ ਮਤਲਬ ਸਿਰਫ ਇੰਨਾ ਹੈ ਕਿ ਮਨ ਦੇ ਵਿੱਚੋਂ ਔਗਣ ਕੱਢ ਕੇ ਗੁਣਾਂ ਦੇ ਧਾਰਨੀ ਹੋਣਾ ਹੈ। ਸਾਡੇ ਮਨ ਦੇ ਅੰਦਰ ਵਿਕਾਰਾਂ ਦਾ ਫੁਰਨਾ ਵੀ ਨਾ ਫੁਰੇ। ਕਿਸੇ ਦਾ ਬੇਗਾਨਾ ਹੱਕ ਖਾਣਾ ਇੱਕ ਪੈਸਾ ਵੀ, ਉਹ ਤਾਂ ਦੂਰ ਦੀ ਗੱਲ। ਮਨ ਅੰਦਰ ਕਿਸੇ ਦਾ ਬੇਗਾਨਾ ਹੱਕ ਖਾਣ ਦਾ ਵਿਚਾਰ ਵੀ ਪੈਦਾ ਨਾ ਹੋਵੇ। ਪਰਤ੍ਰੇ ਪਰਤਨ ਰੂਪ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਵੇਖਣਾ, ਇਹ ਤਾਂ ਦੂਰ ਦੀ ਗੱਲ। ਕਦੇ ਐਸੀ ਸੋਚ ਵੀ ਅੰਦਰ ਪੈਦਾ ਨਾ ਹੋਵੇ। ਛੋਟਾ ਮੋਟਾ ਝੂਠ ਬੋਲਣਾ, ਇਹ ਤਾਂ ਦੂਰ ਦੀ ਗੱਲ। ਅੰਦਰ ਝੂਠ ਬੋਲਣ ਦਾ ਫੁਰਨਾ ਵੀ ਨਾ ਫੁਰੇ, ਇਹਨੂੰ ਕਹਿੰਦੇ ਨੇ ਮਨ ਦਾ ਜਿੱਤਣਾ। ਸਿਰਫ ਅੰਦਰ ਪੋਜ਼ਿਟਿਵ ਸਕਾਰਾਤਮਕ ਸੋਚ ਹੋਵੇ, ਗੁਣਾਂ ਦੀ ਸੋਚ ਹੋਵੇ, ਅਵਗੁਣ ਅੰਦਰੋਂ ਡਿਲੀਟ ਹੋ ਜਾਣ, ਗੁਣ ਸਾਰੇ ਇੰਸਟਾਲ ਹੋ ਜਾਣ, ਇਹਨੂੰ ਕਹਿੰਦੇ ਨੇ ਆਤਮ ਜਿੱਤਣਾ, ਮਨ ਜਿੱਤਣਾ। ਤੇ ਜਿਹੜਾ ਗੁਣਾਂ ਨੂੰ ਗਾਉਂਦਾ ਹੈ ਉਹ ਗੁਣੀ ਰੱਬ ਵਿੱਚ ਹੀ ਸਮਾ ਜਾਂਦਾ ਹੈ। ਗੁਣ ਕਹੇ ਗੁਣੀ ਸਮਾਵਣਿਆ, ਗੁਣ ਗਾਣ ਵਾਲਾ ਗੁਣੀ ਵਿੱਚ ਹੀ ਸਮਾ ਜਾਂਦਾ ਹੈ, ਕਿਉਂਕਿ ਗੁਰੂ ਦੀ ਮੱਤ ਲੈ ਕੇ ਉਹ ਆਪਣੇ ਮਨ ਨੂੰ ਜਿੱਤਦਾ ਹੈ ਔਰ ਅਬਿਨਾਸ਼ੀ ਪ੍ਰਭੂ ਨੂੰ ਪਾ ਲੈਂਦਾ ਹੈ। ਜਿਸ ਹੈ ਧਿਆਇਆ ਪਾਰ ਬ੍ਰਹਮ, ਸੋ ਕਲਮ ਹੈ ਤਾਗਾ। ਤਾਗਾ ਦਾ ਮਤਲਬ ਤੱਗਿਆ, ਭਾਵ ਕਾਇਮ ਰਿਹਾ। ਕਲਮੇ ਦਾ ਮਤਲਬ ਇਸ ਜਗਤ ਵਿੱਚ। ਜਿਸੇ ਦਾ ਮਤਲਬ ਜਿਸਨੇ, ਧਿਆਇਆ ਦਾ ਮਤਲਬ ਜਿਸਨੇ ਧਿਆਨ ਦੇ ਅੰਦਰ ਵਸਾਇਆ, ਜਿਸਨੇ ਆਪਣਾ ਧਿਆਨ ਰੱਬੀ ਗੁਣਾਂ ਦੇ ਨਾਲ ਜੋੜਿਆ। ਜਿਸ ਵੀ ਮਨੁੱਖ ਨੇ ਰੱਬੀ ਗੁਣਾਂ ਨੂੰ ਗਾਇਆ, ਜਿਸਨੇ ਵੀ ਰੱਬੀ ਰਜ਼ਾ ਭਾਣੇ ਔਰ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਇਆ,
ਉਹ ਇਸ ਸੰਸਾਰ ਦੇ ਅੰਦਰ ਤਰਦਾ ਹੈ, ਕਾਮਯਾਬ ਰਹਿੰਦਾ ਹੈ, ਆਤਮਕ ਮੌਤੇ ਨਹੀਂ ਮਰਦਾ, ਕਾਇਮ ਰਹਿੰਦਾ ਹੈ, ਉਹ ਆਤਮਕ ਮੌਤੇ ਨਹੀਂ ਮਰਦਾ ਔਰ ਵਿਕਾਰਾਂ ਦੇ ਨਾਲ ਟਾਕਰਾ ਕਰਨ ਜੋਗਾ ਹੋ ਜਾਂਦਾ ਹੈ। ਉਹਦੇ ਨਜ਼ਦੀਕ ਕੋਈ ਵਿਕਾਰ ਨਹੀਂ ਹੁੰਦਾ। ਗੁਰੂ ਜੀ ਦਾ ਪਾਵਨ ਬਚਨ ਹੈ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਜਮਦੂਤ ਦਾ ਮਤਲਬ ਜਿੰਨੇ ਵੀ ਆਤਮਕ ਮੌਤ ਲਿਆਉਣ ਵਾਲੇ ਅਕਾਮ ਕ੍ਰੋਧ ਆਦਿਕ ਨੇ, ਤੇਰੇ ਗੁਣਾਂ ਦੇ ਪ੍ਰਤਾਪ ਨੂੰ ਵੇਖ ਕੇ ਇਹ ਛੱਡ ਜਾਂਦੇ ਨੇ। ਜਿੱਥੇ ਸੱਚ ਹੋਏਗਾ ਝੂਠ ਉਹਨੂੰ ਛੱਡ ਜਾਏਗਾ, ਜਿੱਥੇ ਪ੍ਰੇਮ ਹੋਏਗਾ ਉਥੋਂ ਈਰਖਾ ਦਵੇਸ਼ ਘਰੋਂ ਨਿਕਲ ਜਾਏਗੀ, ਜਿੱਥੇ ਨਿਮਰਤਾ ਹੋਏਗੀ ਹੰਕਾਰ ਉੱਥੇ ਨਜ਼ਦੀਕ ਨਹੀਂ ਆਏਗਾ। ਤਾਂ ਜਿਸ ਵੀ ਮਨੁੱਖ ਨੇ ਆਪਣੇ ਮਨ ਅੰਦਰ ਰੱਬੀ ਗੁਣਾਂ ਨੂੰ ਵਸਾਇਆ, ਉਹ ਇਸ ਸੰਸਾਰ ਦੇ ਅੰਦਰ ਤਰਦਾ ਹੈ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਸਾਧੂ ਸੰਗਤ ਨਿਰਮਲਾ 68 ਮਜਨਾਗਾ। ਮਜਨਾਗਾ ਦਾ ਮਤਲਬ ਮੱਜਨ, ਇਸ਼ਨਾਨ। ਸਾਧੂ ਦਾ ਮਤਲਬ ਇੱਥੇ ਹੈ ਗੁਰੂ। ਇੱਥੇ ਸਾਧੂ ਦਾ ਮਤਲਬ ਕੋਈ ਚੋਲੇ ਵਾਲਾ, ਡੇਰੇਦਾਰ, ਕੋਈ ਵਿਸ਼ੇਸ਼ ਬਾਬੇ ਦੀ ਇੱਥੇ ਗੱਲ ਨਹੀਂ ਹੈ। ਇੱਥੇ ਸਾਧੂ ਦਾ ਮਤਲਬ ਹੈ ਗੁਰੂ। ਸਾਧੂ ਸੰਗਤ ਨਿਰਮਲਾ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਉਹ ਨਿਰਮਲ ਹੋ ਜਾਂਦਾ ਹੈ, ਪਵਿੱਤਰ ਮਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸੰਗਤ ਦਾ ਮਤਲਬ ਗੁਰੂ ਦੀ ਸ਼ਰਨ, ਤੇ ਗੁਰੂ ਦੀ ਸ਼ਰਨ ਲੈਣ ਦਾ ਮਤਲਬ ਹੈ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ, ਆਪਣੀ ਆਈਡੈਂਟੀਟੀ ਖਤਮ ਕਰ ਦੇਣੀ ਔਰ ਗੁਰੂ ਆਈਡੈਂਟੀਟੀ ਦੇ ਧਾਰਨੀ ਹੋ ਜਾਣਾ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਨੇ, ਸਾਧੂ ਸੰਗਤ ਨਿਰਮਲਾ, ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਉਹ ਇਨਸਾਨ ਨਿਰਮਲ ਮਨ ਵਾਲਾ ਹੋ ਜਾਂਦਾ ਹੈ। ਉਹਦੇ ਮਨ ਦੇ ਅੰਦਰ ਕੋਈ ਮੈਲ ਨਹੀਂ ਰਹਿੰਦੀ। ਇਹ ਉਹਦੀ ਨਿਸ਼ਾਨੀ ਹੈ ਜੋ ਗੁਰੂ ਦੀ ਸ਼ਰਨ ਵਿੱਚ ਜੁੜਿਆ ਹੈ। ਤਾਂ ਅਸੀਂ ਗੁਰੂ ਦੀ ਸ਼ਰਨ ਵਿੱਚ ਹਾਂ ਜਾਂ ਨਹੀਂ ਹਾਂ? ਅਸੀਂ ਗੁਰੂ ਦੀ ਸ਼ਰਨ ਵਿੱਚ ਹਾਂ ਕਿ ਨਹੀਂ ਹਾਂ? ਅਸੀਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀ ਰਹੇ ਹਾਂ ਕਿ ਨਹੀਂ ਜੀ ਰਹੇ? ਇਹਦਾ ਪਤਾ ਸਾਨੂੰ ਕਿਵੇਂ ਲੱਗੇ? ਤਾਂ ਸਾਨੂੰ ਆਪਣੀ ਸੋਚ ਦੇਖਣੀ ਪੈਗੀ, ਆਪਣੀ ਮੈਂਟੈਲਿਟੀ, ਕਿ ਮੇਰੀ ਸੋਚ ਦੇ ਅੰਦਰ ਮੈਲ ਤੇ ਨਹੀਂ, ਮੈਂ ਕਿਸੇ ਨਾਲ ਈਰਖਾ ਤੇ ਨਹੀਂ ਕਰਦਾ, ਮੈਂ ਕੋਈ ਛੋਟੇ ਮੋਟੇ ਝੂਠ ਤੇ ਨਹੀਂ ਬੋਲਦਾ, ਕਿਤੇ ਮੈਂ ਆਚਰਨ ਦਾ ਹੀਣਾ ਤਾਂ ਨਹੀਂ ਹਾਂ। ਤਾਂ ਜੇ ਇਹਨਾਂ ਦੇ ਉੱਤਰ ਆਉਂਦਾ ਹੈ ਕਿ ਨਹੀਂ ਮੈਂ ਐਸਾ ਨਹੀਂ ਹਾਂ, ਤਾਂ ਇਹਦਾ ਮਤਲਬ ਮੇਰੀ ਸੋਚ ਨਿਰਮਲ ਹੈ, ਮੈਂ ਗੁਰੂ ਨਾਲ ਜੁੜਿਆ ਹੋਇਆ। ਤੇ ਜੇ ਇਹਨਾਂ ਦਾ ਉੱਤਰ ਆਉਂਦਾ ਹੈ ਕਿ ਮੇਰੇ ਵਿੱਚ ਵਿਕਾਰ ਤੇ ਹੈ ਨਹੀਂ, ਇਟ ਮੀਨਸ ਮੈਂ ਗੁਰੂ ਨਾਲ ਜੁੜਿਆ ਹੋਇਆ ਨਹੀਂ ਹਾਂ। ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਬੰਦਾ ਮੈਲ ਤੋਂ ਰਹਿਤ ਹੋ ਜਾਂਦਾ ਹੈ। 68 ਮਜਨਾਗਾ, ਤੇ ਸਮਝ ਲਓ ਉਹਦਾ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਮਤਲਬ ਕਿ ਉਹਨੂੰ 68 ਤੀਰਥਾਂ ਤੇ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ ਹੈ। ਉਹਦੇ ਵਾਸਤੇ ਇਸ਼ਨਾਨ ਵਗੈਰਾ ਤੀਰਥਾਂ ਦਾ ਬੇਕਾਰ ਔਰ ਵਿਅਰਥ ਹੈ, ਕਿਉਂਕਿ ਤੀਰਥਾਂ ਦੇ ਇਸ਼ਨਾਨ ਨਾਲ ਸਿਰਫ ਸਰੀਰ ਦੀ ਮੈਲ ਉਤਰਦੀ ਹੈ, ਮਨ ਦੀ ਨਹੀਂ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ, ਦੋਏ ਪਾ ਚੜੀਐਸ ਹੋਰ। ਸਾਧ ਭਲੇ ਬਾਹਰ ਧੋਤੀ ਤੂੰਬੜੀ, ਅੰਦਰ ਵਿਸ਼ ਨਿਕੋਰ, ਸਾਧ ਭਲੇ ਅਨ ਨਾਤਿਆਂ, ਚੋਰ ਸੇ ਚੋਰਾ ਚੋਰ। ਜਿਹੜੇ ਚੋਰ ਨੇ ਉਹ ਤੀਰਥਾਂ ਵਿੱਚ ਨਹਾ ਕੇ ਵੀ ਚੋਰ ਨੇ, ਤੇ ਜਿਹੜੇ ਭਲੇ ਪੁਰਸ਼ ਨੇ ਉਹ ਬਿਨਾਂ ਇਸ਼ਨਾਨ ਤੋਂ ਵੀ ਭਲੇ ਪੁਰਸ਼ ਨੇ। ਤਾਂ ਸਾਧੂ ਦੀ ਸੰਗਤ, ਗੁਰੂ ਦੀ ਸ਼ਰਨ ਵਿੱਚ ਰਹਿਣ ਦੇ ਨਾਲ ਮਨ ਨਿਰਮਲ ਹੁੰਦਾ ਹੈ ਤੇ ਮਾਨੋ 68 ਹੀ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ। ਸੁਭਾਗਾ ਦਾ ਮਤਲਬ ਭਾਗਾਂ ਵਾਲਾ, ਮਹਾਨ ਮਨੁੱਖ। ਜਿਸ ਨੂੰ ਆਪਣਾ ਪਿਆਰਾ ਪ੍ਰਭੂ ਮਿਲ ਪਿਆ ਉਹ ਇਨਸਾਨ ਵਡਭਾਗਾ ਹੈ, ਉਸ ਇਨਸਾਨ ਦਾ ਜੀਵਨ ਮੁਬਾਰਕ ਹੈ, ਉਹ ਇਨਸਾਨ ਮਹਾਨ ਹੈ, ਉਹ ਜਗਤ ਦੇ ਅੰਦਰ ਹਰ ਥਾਂ ਦੇ ਉੱਤੇ ਪ੍ਰਵਾਨ ਹੈ ਜਿਹਨੂੰ ਆਪਣਾ ਪ੍ਰਭੂ ਮਿਲ ਗਿਆ। ਹੁਣ ਪ੍ਰਭੂ ਮਿਲਣ ਦਾ ਮਤਲਬ ਜਿਹਨੇ ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦਿੱਤਾ, ਜਿਸ ਦੀ ਸੋਚ ਰੱਬੀ ਗੁਣਾਂ ਦੇ ਨਾਲ ਇੱਕਮਿਕ ਹੋ ਗਈ। ਜੋ ਇਨਸਾਨ ਰੱਬ ਵਰਗਾ ਹੋ ਕੇ ਜੀ ਰਿਹਾ ਹੈ ਉਹਦਾ ਹੀ ਜੀਵਨ ਇਸ ਸੰਸਾਰ ਤੇ ਮੁਬਾਰਕ ਹੈ। ਨਾਨਕ ਤਿਸ ਬਲਿਹਾਰਣੈ ਜਿਸ ਏਵਡ ਭਾਗਾ। ਗੁਰੂ ਜੀ ਕਹਿੰਦੇ ਨੇ ਮੈਂ ਸਦਕੇ ਹਾਂ, ਵਾਰ ਨੇ ਬਲਿਹਾਰ ਕੁਰਬਾਨ ਕੋਲ ਉਮਾਈ ਹਾਂ, ਜਿਹਦੇ ਏਡੇ ਵੱਡੇ ਭਾਗ ਨੇ। ਭਾਵ ਕਿ ਜਿਸ ਨੇ ਐਸਾ ਜੀਵਨ ਹਾਸਲ ਕੀਤਾ ਹੈ, ਜਿਹਦੀ ਏਡੀ ਵੱਡੀ ਪ੍ਰਾਪਤੀ ਹੈ, ਮੈਂ ਉਸ ਤੋਂ ਕੁਰਬਾਨ, ਉਹਦੇ ਤੋਂ ਵਾਰ ਨੇ ਸਦਕੇ ਹਾਂ। ਤੇ ਇਹ ਪ੍ਰਾਪਤੀ ਕੋਈ ਵੀ ਬੰਦਾ ਕਰ ਸਕਦਾ ਹੈ। ਜੋ ਵੀ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ ਉਸੇ ਨੂੰ ਇਹ ਪ੍ਰਾਪਤੀ ਹੋਵੇਗੀ। ਇਹ ਗੁਰੂ ਦਾ ਦਰ, ਪ੍ਰਭੂ ਦਾ ਦਰ ਹਰ ਇੱਕ ਲਈ ਖੁੱਲਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ।
ਸ਼ਲੋਕ ਮਹਿਲਾ ਪੰਜਵਾਂ। ਜਾਂ ਫਿਰ ਅੰਦਰ ਤਾਂ ਧਨ ਬਾਹਰ। ਫਿਰ ਦਾ ਮਤਲਬ ਪਤੀ ਪ੍ਰਭੂ। ਜਾਂ ਫਿਰ ਅੰਦਰ, ਜਦੋਂ ਪਤੀ ਅੰਦਰ ਹੁੰਦਾ ਹੈ ਤਾਂ ਧਨ ਬਾਹਰ। ਇੱਥੇ ਧਨ ਦਾ ਮਤਲਬ ਹੈਗਾ ਔਰਤ, ਭਾਵ ਮਾਇਆ। ਇੱਥੇ ਧਨ ਦਾ ਮਤਲਬ ਮਾਇਆ ਹੈ। ਜਿਵੇਂ ਕਿਸੇ ਦੀ ਪਤਨੀ ਹੋਵੇ ਤਾਂ ਜੋ ਰੱਬ ਦੀ ਦਾਸੀ ਹੈ, ਜੋ ਮਾਇਆ ਹੈ, ਉਦੋਂ ਤੱਕ ਇਹ ਬਾਹਰ ਰਹਿੰਦੀ ਹੈ। ਜਾਂ ਫਿਰ ਅੰਦਰ ਤਾਂ ਧਨ ਬਾਹਰ। ਜਦੋਂ ਤੱਕ ਪਤੀ ਅੰਦਰ ਹੈ ਉਦੋਂ ਤੱਕ ਮਾਇਆ ਬਾਹਰ ਹੈ। ਮਤਲਬ ਜੇ ਮੇਰੀ ਸੋਚ ਦੇ ਅੰਦਰ ਰੱਬੀ ਗੁਣ ਨੇ, ਸੱਚਾਈ ਹੈ, ਦਇਆ ਹੈ, ਪਿਆਰ ਹੈ, ਮੁਹੱਬਤ ਹੈ, ਤਾਂ ਫਿਰ ਔਗਣ ਸਾਰੇ ਬਾਹਰ ਰਹਿਣਗੇ। ਮਾਇਆ ਦਾ ਮਤਲਬ ਉਹ ਸੋਚ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਉਹ ਸੋਚ ਜੋ ਮੈਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ। ਜਦੋਂ ਤੱਕ ਮੇਰੇ ਅੰਦਰ ਰੱਬ ਦਾ ਪਿਆਰ, ਰੱਬ ਦੇ ਗੁਣ ਵਸਦੇ ਸਨ, ਉਦੋਂ ਤੱਕ ਇਹ ਸੋਚ ਬਾਹਰ ਸੀ, ਮੇਰੇ ਤੋਂ ਦੂਰ ਸੀ, ਮੇਰੇ ਲਾਗੇ ਚਾਗੇ ਵੀ ਨਹੀਂ ਸੀ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਾਂ ਫਿਰ ਬਾਹਰ, ਜਾਂ ਫਿਰ ਬਾਹਰ ਤਾਂ ਧਨ ਮਾਹਰ। ਜਾਂ ਫਿਰ ਬਾਹਰ ਦਾ ਮਤਲਬ ਜਦੋਂ ਪਤੀ ਪ੍ਰਭੂ ਜੀਵ ਇਸਤਰੀ ਦੀ ਯਾਦ ਚੋਂ ਪਰੇ ਹੋ ਗਿਆ, ਰੱਬੀ ਗੁਣਾਂ ਨੂੰ ਮੈਂ ਆਪਣੀ ਸੋਚ ਤੋਂ ਬਾਹਰ ਕੱਢ ਦਿੱਤਾ, ਤਾਂ ਮਾਹਰ ਦਾ ਮਤਲਬ ਚੌਧਰਾਣੀ। ਤਾਂ ਮਾਇਆ ਚੌਧਰਾਣੀ ਬਣ ਗਈ। ਜਦੋਂ ਰੱਬ ਨੂੰ ਬਾਹਰ ਕੱਢਿਆ ਸੋਚ ਵਿੱਚੋਂ, ਮਾਇਆ ਸੋਚ ਵਿੱਚ ਆਣ ਕੇ ਅੰਦਰ ਚੌਧਰਾਣੀ ਬਣ ਗਈ। ਮਾਹਰ ਦਾ ਮਤਲਬ ਮਾਹਰ ਹੋ ਗਈ, ਧੰਦਿਆਂ ਵਿੱਚ ਖਚਤ ਹੋ ਗਈ, ਚੌਧਰਾਣੀ ਹੋ ਗਈ, ਉਹਨੇ ਕਬਜ਼ਾ ਕਰ ਲਿਆ। ਅੰਦਰ ਇੱਕ ਚੀਜ਼ ਰਹਿ ਗਈ, ਜਾਂ ਰੱਬ ਜਾਂ ਮਾਇਆ। ਜੇ ਰੱਬੀ ਗੁਣ ਨੇ ਤਾਂ ਔਗਣ ਬਾਹਰ ਹੋ ਜਾਣਗੇ, ਤੇ ਜੇ ਰੱਬੀ ਗੁਣਾਂ ਨੂੰ ਬਾਹਰ ਕਰੋਗੇ ਤਾਂ ਔਗਣ ਅੰਦਰ ਆ ਜਾਣਗੇ। ਇਹ ਕੁਦਰਤ ਦਾ ਨਿਯਮ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਕਿਸੇ ਦੇ ਅੰਦਰ ਰੱਬੀ ਗੁਣ ਵਸਦੇ ਨੇ, ਰੱਬ ਦਾ ਪਿਆਰ ਵਸਦਾ ਹੈ, ਉਦੋਂ ਤੱਕ ਮਾਇਆ ਬਾਹਰ ਰਹਿੰਦੀ ਹੈ। ਤੇ ਜਦੋਂ ਕੋਈ ਰੱਬ ਨੂੰ ਆਪਣੀ ਸੋਚ ਵਿੱਚੋਂ ਬਾਹਰ ਕਰ ਦਿੰਦਾ ਹੈ ਤੇ ਮਾਇਆ ਜਿਹੜੀ ਹੈ ਅੰਦਰ ਚੌਧਰਾਣੀ ਆ ਬਣਦੀ ਹੈ, ਆਪਣਾ ਕਬਜ਼ਾ ਜਮਾ ਲੈਂਦੀ ਹੈ, ਔਰ ਬੰਦਾ ਮਾਇਆ ਵਿੱਚ ਖਚਤ ਹੋ ਜਾਂਦਾ ਹੈ। ਬਿਨ ਨਾਮੈ ਬਹੁ ਫੇਰ ਫਿਰਾਹਰ। ਫੇਰ ਫਿਰਾਹਰ ਦਾ ਮਤਲਬ ਫੇਰਾਂ ਦੇ ਵਿੱਚ ਫਿਰਨਾ, ਭੰਬਲ ਭੂਸੇ ਪੈਣਾ। ਫੇਰ ਦਾ ਮਤਲਬ ਫੇਰਾਂ ਵਿੱਚ, ਫਿਰਾਹਰ ਦਾ ਮਤਲਬ ਫਿਰੀ ਜਾਣਾ, ਭਟਕਣਾ। ਤਾਂ ਪ੍ਰਭੂ ਦੀ ਯਾਦ ਤੋਂ ਬਿਨਾ, ਬਿਨ ਨਾਮੇ ਰੱਬੀ ਹੁਕਮ ਤੋਂ ਬਿਨਾ, ਰੱਬੀ ਸਿਫਤ ਸਲਾਹ ਤੋਂ ਬਿਨਾ ਇਹ ਜੀਵ ਜਿਹੜਾ ਹੈ ਬਹੁਤ ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ। ਮਨੁੱਖ ਜਿਹੜਾ ਹੈ, ਮਨੁੱਖ ਦਾ ਮਨ ਭਟਕਣਾ ਵਿੱਚ ਪਿਆ ਰਹਿੰਦਾ ਹੈ। ਹੁਣ ਜੇ ਮਨ ਸੱਚ ਦੇ ਨਾਲ ਨਹੀਂ ਜੁੜਿਆ ਹੋਏਗਾ ਤਾਂ ਫਿਰ ਵਿਕਾਰਾਂ ਦੇ ਅੰਦਰ ਭਟਕੇਗਾ। ਜੇ ਆਪਣਾ ਗੋਲ ਨਹੀਂ ਹੈ ਸਚਿਆਰ ਹੋਣਾ, ਤਾਂ ਫਿਰ ਕਦੇ ਝੂਠ, ਕਦੇ ਫਰੇਬ, ਕਦੇ ਈਰਖਾ, ਕਦੇ ਦਵੇਸ਼, ਕਿਤੇ ਵੈਰ ਵਿਰੋਧ, ਫਿਰ ਮਨ ਭਟਕਦਾ ਰਹੇਗਾ, ਕਿਉਂਕਿ ਏਮ ਹੀ ਨਹੀਂ ਹੈ, ਗੋਲ ਹੀ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਸਿਫਤ ਸਲਾਹ ਤੋਂ ਬਿਨਾ ਇਹ ਜਿਹੜਾ ਮਨੁੱਖ ਹੈ ਭਟਕਦਾ ਰਹਿੰਦਾ ਹੈ। ਮਨੁੱਖੀ ਮਨ ਵਿਕਾਰਾਂ ਵਿੱਚ ਭਟਕਦਾ ਰਹਿੰਦਾ ਹੈ। ਹੁਣ ਇਹਦਾ ਇਲਾਜ ਕੀ ਹੈ? ਸਤਿਗੁਰ ਸੰਗ ਦਿਖਾਇਆ ਜ਼ਾਹਰ। ਸੰਗ ਦਾ ਮਤਲਬ ਅੰਦਰ ਹੀ, ਸੰਗ ਦਾ ਮਤਲਬ ਮੇਰੇ ਨਾਲ ਅੰਦਰ, ਜ਼ਾਹਰ ਦਾ ਮਤਲਬ ਪ੍ਰਤੱਖ। ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿੱਚ ਪ੍ਰਤੱਖ ਰੱਬ ਦਿਖਾ ਦਿੱਤਾ ਕਿ ਤੇਰੇ ਅੰਦਰ ਹੀ ਰੱਬ ਹੈ, ਤੂੰ ਰੱਬ ਦਾ ਹੀ ਰੂਪ ਹੈ, ਇਹ ਗੱਲ ਗੁਰੂ ਦੱਸੇਗਾ, ਆਮ ਬੰਦਾ ਨਹੀਂ ਦੱਸੇਗਾ। ਆਮ ਜੋ ਲੋਕ ਨੇ ਉਹ ਤੇ ਇਹ ਕਹਿਣਗੇ ਕਿ ਰੱਬ ਉੱਤੇ ਬੈਠਾ ਹੈ, ਕਿਤੇ ਸੱਚਖੰਡ ਵਿੱਚ ਜਾਂ ਜੰਨਤ ਵਿੱਚ ਜਾਂ ਸਵਰਗ ਵਿੱਚ ਜਾਂ ਕਿਤੇ ਬੈਕੁੰਠ ਧਾਮ ਵਿੱਚ ਜਾਂ ਸੰਸਾਰ ਤੋਂ ਪਰੇ ਕਿਤੇ ਉਹਦਾ ਟਿਕਾਣਾ ਹੈ। ਆਮ ਬੰਦਾ ਤੇ ਇਹ ਕਹੇਗਾ। ਪਰ ਗੁਰੂ ਕਹਿੰਦਾ ਹੈ ਕਿ ਰੱਬ ਤੇਰੇ ਨਾਲ ਹੈ, ਤੇਰੇ ਅੰਦਰ ਹੈ, ਤੂੰ ਰੱਬ ਦਾ ਰੂਪ ਹੈ। ਤਾਂ ਜਿਹਨੂੰ ਗੁਰੂ ਨੇ ਇਹ ਚੀਜ਼ ਸਮਝਾ ਦਿੱਤੀ, ਜਿਨੇ ਗੁਰੂ ਪਾਸੋਂ ਇਸ ਗਿਆਨ ਦੀ ਦਾਤ ਲੈ ਲਈ, ਔਰ ਜਿਸਨੇ ਇਸ ਚੀਜ਼ ਤੇ ਵਿਸ਼ਵਾਸ ਕਰ ਲਿਆ, ਜਨ ਨਾਨਕ ਸੱਚੇ ਸੱਚ ਸਮਾਹਰ। ਸਮਾਹਰ ਦਾ ਮਤਲਬ ਸਮਾ ਗਿਆ, ਸੱਚੇ ਸੱਚ ਦਾ ਮਤਲਬ ਨਿਰੋਲ ਸੱਚ ਦੇ ਅੰਦਰ। ਤਾਂ ਉਹ ਸਦਾ ਸੱਚ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦੇ ਵਿੱਚ ਸਮਾ ਕੇ ਰੱਬ ਦਾ ਹੀ ਰੂਪ ਹੋ ਜਾਂਦਾ। ਜਿਹਨੂੰ ਗੁਰੂ ਨੇ ਗੱਲ ਸਮਝਾ ਦਿੱਤੀ,
जिसने गुरु दे इस बचन ते अमल कर लिया, जिसने अपने अंदर सच ਨੂੰ ਵੇਖ ਲਿਆ, ਮੈਂ ਸੱਚ ਨੂੰ ਫੋਲੋ ਕੀਤਾ, ਉਹ ਫਿਰ ਬੰਦਾ ਸਦਾ ਲਈ ਸੱਚ ਦੇ ਵਿੱਚ ਸਮਾ ਜਾਂਦਾ ਹੈ। ਉਹਨੂੰ ਸੱਚ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਆਰਿਆਂ ਨਾਲ ਚੀਰ ਦਿਓ, ਬੇਸ਼ੱਕ ਦੇਗਾਂ ਵਿੱਚ ਉਬਾਲ ਦਿਓ, ਨੀਹਾਂ ਵਿੱਚ ਚਿਣ ਦਿਓ, ਜਾਂ ਉਹਦੇ ਟੁਕੜੇ ਟੁਕੜੇ ਕਰ ਦਿਓ, ਉਹਦੀ ਖੋਪਰੀ ਉਤਾਰ ਦਿਓ, ਉਹਨੂੰ ਸੱਚ ਤੋਂ ਤੁਸੀਂ ਵੱਖਰਾ ਨਹੀਂ ਕਰ ਸਕਦੇ। ਜਿਹੜੀ ਨਦੀ, ਦਰਿਆ, ਨਾਲਾ ਸਮੁੰਦਰ ਵਿੱਚ ਪੈ ਗਿਆ, ਉਹਨੂੰ ਸਮੁੰਦਰ ਤੋਂ ਵੱਖਰਾ ਕਰਨ ਦਾ ਕੋਈ ਸਾਧਨ ਹੀ ਨਹੀਂ ਹੈ। ਤਾਂ ਜਿਸ ਨੇ ਗੁਰੂ ਦੇ ਇਸ ਬਚਨ ਤੇ ਵਿਸ਼ਵਾਸ ਕੀਤਾ, ਜਿਸ ਨੂੰ ਗੁਰੂ ਨੇ ਸੱਚ ਵਿਖਾ ਦਿੱਤਾ, ਇਸ ਗੱਲ ਦਾ ਯਕੀਨ ਦਿਵਾ ਦਿੱਤਾ, ਉਹ ਇਨਸਾਨ ਸਦਾ ਸਦਾ ਵਾਸਤੇ ਸੱਚ ਦੇ ਅੰਦਰ ਸਮਾ ਜਾਂਦਾ ਹੈ। ਮਹਿਲਾ ਪੰਜਵਾਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਈ। ਹੁਣ ਇਸ ਇੱਕ ਸ਼ਲੋਕ ਦੇ ਅੰਦਰ ਆਹਰ ਸ਼ਬਦ ਜੋ ਹੈ 3 ਵਾਰੀ ਆਇਆ ਹੈ, ਤੇ ਆਪ ਦੇਖ ਰਹੇ ਹੋ ਕਿ ਤਿੰਨੇ ਵਾਰੀ ਇਸ ਦੀ ਜੋ ਸਪੈਲਿੰਗ ਹੈ ਉਹ ਅਲੱਗ-ਅਲੱਗ ਹੈ। ਆਹਰ ਸਭ ਕਰਦਾ ਫਿਰੈ, ਇੱਥੇ ਆਹਰ ਦਾ ਰਾਰਾ ਮੁਕਤਾ ਹੈ। ਅੱਗੇ ਆਹਰ ਇੱਕ ਨਾ ਹੋਏ, ਇੱਥੇ ਆਹਰ ਦੇ ਰਾਰੇ ਥੱਲੇ ਔਂਕੜ ਹੈ। ਨਾਨਕ ਜਿਤ ਆਹਰ, ਇੱਥੇ ਆਹਰ ਦੇ ਰਾਰੇ ਦੇ ਨਾਲ ਸਿਹਾਰੀ ਹੈ। ਪੜਨਾ ਸਾਰਿਆਂ ਨੂੰ ਆਹਰ ਹੈ, ਲੇਕਿਨ ਇਥੋਂ ਸਾਨੂੰ ਸਮਝ ਆ ਜਾਏਗੀ ਕਿ ਜੋ ਔਂਕੜ, ਸਿਹਾਰੀ ਆਦਿਕ ਨੇ, ਇਹ ਸਾਰਾ ਕੁਝ ਗ੍ਰਾਮੈਟਿਕਲੀ ਲਿਖੀ ਹੈ ਪਾਵਨ ਬਾਣੀ, ਔਰ ਸਿਹਾਰੀ ਔਂਕੜ ਦੇ ਨਾਲ ਜੋ ਅਰਥ ਨੇ ਉਹ ਬਦਲਦੇ ਨੇ। ਆਹਰ ਸਭ ਕਰਦਾ ਫਿਰੇ, ਇੱਥੇ ਆਹਰ ਦਾ ਮਤਲਬ ਹੈ ਉਦਮ, ਹੀਲੇ ਵਸੀਲੇ। ਸਭ ਇੱਥੇ ਕਿਉਂਕਿ ਬਹੁਵਚਨੀ ਹੈ, ਇੱਥੇ ਆਹਰ ਦਾ ਰਾਰਾ ਮੁਕਤਾ ਹੈ ਕਿ ਬੰਦਾ ਸਾਰੇ ਹੀਲੇ ਵਸੀਲੇ ਕਰਦਾ ਹੈ, ਉਦਮ ਕਰਦਾ ਹੈ, ਸਾਰੇ ਉਦਮ ਕਰਦਾ ਹੈ। ਜਿੰਨੇ ਵੀ ਉਦਮ ਨੇ ਅਸੀਂ ਕਰੀ ਜਾ ਰਹੇ ਹਾਂ। ਆਹਰ ਇੱਕ ਨਾ ਹੋਏ, ਪਰ ਇੱਕ ਸੱਚ ਦੇ ਉੱਤੇ ਆਹਰ ਚੱਲਣ ਦਾ ਆਹਰ ਬੰਦਾ ਨਹੀਂ ਕਰਦਾ ਕਿ ਮੈਂ ਇੱਕ ਦੇ ਨਾਲ ਜੁੜਨਾ ਹੈ, ਅੰਦਰੋਂ ਬਾਹਰੋਂ ਇੱਕ ਹੋਣਾ ਹੈ, ਸਾਰਿਆਂ ਦੇ ਨਾਲ ਮੈਂ ਇੱਕ ਜੈਸਾ ਬਿਹੇਵੀਅਰ ਕਰਨਾ ਹੈ। ਇਹ ਇੱਕ ਆਹਰ ਨਹੀਂ ਕਰਦਾ, ਇਹੋ ਜਿਹਾ ਉਦਮ ਬਿਲਕੁਲ ਵੀ ਨਹੀਂ ਕਰਦਾ। ਬੰਦਾ ਆਮ ਜੋ ਹੈ ਬਹੁ ਗਿਣਤੀ ਲੋਕਾਂ ਦੀ, ਸਾਰਿਆਂ ਦੀ ਨਹੀਂ ਹੈ, ਬਹੁ ਗਿਣਤੀ ਲੋਕ ਈਰਖਾ ਦਵੇਸ਼ ਵਾਸਤੇ ਅਸੀਂ ਆਹਰ ਕਰ ਲੈਂਦੇ ਹਾਂ। ਲੜਾਈ ਦੰਗੇ ਫਸਾਦ ਦਾ ਉਦਮ ਬੰਦਾ ਕਰ ਲੈਂਦਾ ਹੈ। ਰਿਸ਼ਵਤਖੋਰੀ, ਚੋਰ ਬਜ਼ਾਰੀ ਵਾਸਤੇ ਉਦਮ ਕਰ ਲੈਂਦਾ ਹੈ। ਧਰਮਾਂ ਦੇ ਨਾਮ ਤੇ ਝਗੜੇ ਝਾਂਜੇ ਪਾਉਣ ਲਈ ਲੋਕ ਉਦਮ ਕਰ ਲੈਂਦੇ ਨੇ। ਪਰ ਸਾਰੀ ਦੁਨੀਆ ਇੱਕ ਹੋ ਜਾਏ, ਬੰਦਾ ਇੱਕ ਦੇ ਨਾਲ ਜੁੜ ਜਾਏ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਵਾਲੀ ਭਾਵਨਾ ਪੈਦਾ ਹੋ ਜਾਏ, ਇਹੋ ਜਿਹਾ ਉਦਮ ਨਹੀਂ ਕਰਦਾ ਬੰਦਾ। ਨਾਨਕ ਜਿਤ ਆਹਰ ਜਗ ਉਧਰੈ, ਇੱਥੇ ਆਹਰ ਦੇ ਰਾਰੇ ਨਾਲ ਸਿਹਾਰੀ ਹੈ, ਮਤਲਬ ਆਹਰ ਦੀ ਰਾਹੀਂ ਜਿਹੜੇ ਉਦਮ ਨਾਲ, ਜਿਹੜੇ ਹੀਲੇ ਵਸੀਲੇ ਨਾਲ, ਉਧਰੈ ਦਾ ਮਤਲਬ ਵਿਕਾਰਾਂ ਤੋਂ ਬਚਣਾ ਹੈ। ਵਿਰਲਾ ਬੂਝੈ ਕੋਈ, ਇਹੋ ਜਿਹੇ ਉਦਮ ਨੂੰ ਕੋਈ ਵਿਰਲਾ ਸਮਝਦਾ ਹੈ। ਜਿਸ ਉਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ, ਉਸ ਉਦਮ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ। ਬਾਕੀ ਦੇ ਉਦਮ ਸਾਰੇ ਕਰਦਾ ਹੈ, ਪਰ ਜਿਹੜੇ ਉਦਮ ਦੇ ਨਾਲ ਬੰਦਾ ਵਿਕਾਰਾਂ ਤੋਂ ਬਚ ਸਕਦਾ ਹੈ, ਉਹ ਉਦਮ ਨੂੰ ਕੋਈ ਵਿਰਲਾ ਕਰਦਾ ਹੈ। ਸਾਰੇ ਨਹੀਂ ਕਰਦੇ, ਹੈਨ ਵਿਰਲੇ ਨਾ ਹੀ ਕਣੇ, ਫੈਲ ਫਕੜ ਸੰਸਾਰ। ਹੁਕਮ ਰਜ਼ਾਈ ਚੱਲਣਾ, ਰਜ਼ਾ ਭਾਣੇ ਵਿੱਚ ਤੁਰਨ ਦਾ ਉਦਮ ਕੋਈ ਵਿਰਲਾ ਬੰਦਾ ਕਰਦਾ ਹੈ। ਮਨ ਬਚਨ ਕਰਮ ਕਰਕੇ ਸੱਚੇ ਹੋਣਾ, ਸਚਿਆਰ ਹੋਣਾ, ਇਹ ਉਦਮ ਕੋਈ ਵਿਰਲਾ ਇਨਸਾਨ ਕਰ ਰਿਹਾ ਹੈ। ਤਾਂ ਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਪਿਆਰਿਓ, ਜਿਵੇਂ ਆਪਣੇ ਜੀਵਨ ਨੂੰ ਚਲਾਉਣ ਲਈ ਹੋਰ ਹੀਲੇ ਵਸੀਲੇ ਉਦਮ ਕਰਦੇ ਹੋ, ਇਹ ਉਦਮ ਕਰੋ ਕਿ ਵਿਕਾਰਾਂ ਤੋਂ ਕਿਵੇਂ ਬਚਣਾ ਹੈ, ਪਾਪਾਂ ਅਪਰਾਧਾਂ ਤੋਂ ਇਸ ਸੰਸਾਰ ਔਰ ਸਮਾਜ ਨੂੰ ਅਤੇ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ, ਔਰ ਸਚਿਆਰ ਕਿਵੇਂ ਹੋਣਾ ਹੈ। ਇਹ ਉਦਮ ਕਰਨਾ ਬਹੁਤ ਜ਼ਰੂਰੀ ਹੈ, ਪਰ ਇਹ ਉਦਮ ਕੋਈ ਵਿਰਲਾ ਕਰਦਾ ਹੈ। ਪੌੜੀ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਮਰਤਬਾ ਦਾ ਮਤਲਬ ਰੁਤਬਾ, ਕਿ हे ਪ੍ਰਭੂ ਤੂੰ ਪਾਰ ਤੋਂ ਰਹਿਤ ਹੈ, ਬੇਅੰਤ ਹੈ, ਤੇ ਤੇਰਾ ਜੋ ਰੁਤਬਾ ਹੈ, ਮਰਾਤਬਾ ਹੈ, ਉਹ ਵੀ ਬਹੁਤ ਵੱਡਾ ਹੈ। ਨਹੀਂ ਜਾਣਿਆ ਜਾ ਸਕਦਾ ਕਿ ਕਿਹੜਾ ਵੱਡਾ ਹੈ, ਕਿਹੜਾ ਵੱਡਾ ਤੇਰਾ ਰੁਤਬਾ ਹੈ, ਕਿਹੜਾ ਵੱਡਾ ਤੇਰਾ ਇਹ ਸੰਸਾਰ ਹੈ, ਜਾਣਿਆ ਨਹੀਂ ਜਾ ਸਕਦਾ। ਅਪਾਰ ਹੈ ਤੂੰ। ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਰੰਗ ਪਰੰਗ ਦਾ ਮਤਲਬ ਜਿਵੇਂ ਅਸੀਂ ਕਹਿੰਦੇ ਰੰਗ ਬਰੰਗੀ ਚੀਜ਼, ਰੰਗ ਬਰੰਗੇ,
ਰੰਗ ਪਰੰਗ ਦਾ ਮਤਲਬ ਰੰਗ ਬਰੰਗੇ, ਨਾ ਜਾਪਨ ਦਾ ਮਤਲਬ ਸਮਝੇ ਨਹੀਂ ਜਾ ਸਕਦੇ। ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਕਰਤਬਾ ਦਾ ਮਤਲਬ ਕੌਤਕ ਕੰਮ, ਕਿ ਸੰਸਾਰ ਅੰਦਰ ਅਨੇਕਾਂ ਕਿਸਮ ਦੇ ਕੌਤਕ ਹੋ ਰਹੇ ਨੇ, ਉਹ ਸਮਝੇ ਨਹੀਂ ਜਾ ਸਕਦੇ। ਤੇਰੇ ਅਨੇਕਾਂ ਰੰਗ ਬਰੰਗੇ ਕੌਤਕ ਨੇ, ਰੰਗ ਬਰੰਗੀ ਸ੍ਰਿਸ਼ਟੀ ਹੈ, ਇਹਨਾਂ ਸਾਰੇ ਕੌਤਕਾਂ ਨੂੰ ਸਮਝਿਆ ਨਹੀਂ ਜਾ ਸਕਦਾ ਕਿ ਇਹ ਸੰਸਾਰ ਕਿਵੇਂ ਹੋਂਦ ਵਿੱਚ ਆਇਆ, ਕਿੱਥੋਂ ਤੱਕ ਫੈਲਿਆ ਹੈ, ਕਿਵੇਂ ਬਣ ਰਿਹਾ ਹੈ, ਮਿਟ ਰਿਹਾ ਹੈ। ਅਨੇਕਾਂ ਕੌਤਕ ਨੇ, ਅਚਰਜ ਕਰ ਦੇਣ ਵਾਲੇ, ਹੈਰਾਨ ਕਰ ਦੇਣ ਵਾਲੇ, ਉਹਨਾਂ ਦਾ ਅੰਤ ਨਹੀਂ ਲੱਭਦਾ। ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ। ਜੀਆਂ ਦਾ ਮਤਲਬ ਜਿੰਨੇ ਵੀ ਜੀਵ ਜੰਤ ਨੇ, ਅੰਦਰ ਦਾ ਮਤਲਬ ਉਹਨਾਂ ਦੇ ਵਿੱਚ, ਜੀਓ ਦਾ ਮਤਲਬ ਜ਼ਿੰਦਗੀ, ਜਾਨ, ਜਿੰਦ। ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ ਰੂਪ ਹੈ, ਜਾਨ ਰੂਪ ਹੈ, ਜੀਵਨ ਰੂਪ ਹੈ। ਸਭ ਕੁਝ ਜਾਣ ਲਾ ਤੇ ਹਰ ਇੱਕ ਦੇ ਅੰਦਰ ਦੀ ਗੱਲ ਨੂੰ ਤੂੰ ਜਾਣਦਾ ਹੈ। ਯਾਨੀ ਤੂੰ ਜੀਵਨ ਰੂਪ, ਤੂੰ ਹੀ ਹੈ ਅੰਦਰ ਜੀਵਾਂ ਦੇ, ਤੂੰ ਹੀ ਹੈ ਜੀਵਨ। ਸਭੈ ਘਟ ਰਾਮ ਬੋਲੇ, ਤੂੰ ਹੀ ਬੋਲ ਰਿਹਾ ਹੈ। ਤੂੰ ਜਿੰਦ ਸਰੂਪ ਹੈ, ਜੀਵਨ ਸਰੂਪ ਹੈ, ਜੀਵਨ ਬਣ ਕੇ ਸਾਰਿਆਂ ਜੀਵਾਂ ਦੇ ਅੰਦਰ ਹੈ। ਸਭ ਜੀਵਾਂ ਦਾ ਜੀਵਨ ਹੈ ਤੂੰ। ਸਭ ਕੁਝ ਜਾਣ ਲਾ ਦਾ ਮਤਲਬ ਸਭ ਕੁਝ ਜਾਣਦਾ ਹੈ, ਔਰ ਹਕੀਕਤ ਹੈ। ਇਹ ਆਪਾਂ ਵਿਚਾਰਾਂ ਕਰ ਚੁੱਕੇ ਹਾਂ। ਮੰਨ ਲਓ ਮੈਂ ਤੁਹਾਡੇ ਸਾਹਮਣੇ ਕੋਈ ਝੂਠ ਬੋਲ ਰਿਹਾ, ਹੁਣ ਤੁਹਾਨੂੰ ਨਹੀਂ ਪਤਾ, ਤੁਸੀਂ ਮੇਰੇ ਤੇ ਵਿਸ਼ਵਾਸ ਕਰ ਲਿਆ ਕਿ ਭਾਈ ਜੀ ਸੱਚ ਬੋਲ ਰਹੇ ਨੇ, ਲੇਕਿਨ ਮੈਨੂੰ ਤਾਂ ਪਤਾ ਹੈ ਨਾ ਮੈਂ ਝੂਠ ਬੋਲ ਰਿਹਾ। ਮੇਰੇ ਆਪਣੇ ਆਪੇ ਨੂੰ ਤੇ ਪਤਾ ਹੈ ਨਾ, ਮੈਂ ਆਪਣੇ ਆਪੇ ਤੋਂ ਕਿਵੇਂ ਛੁਪਾਵਾਂ? ਕਿਹੜਾ ਕੋਈ ਅਪਰਾਧ ਮੈਂ ਆਪਣੇ ਆਪ ਤੋਂ ਛੁਪਾ ਸਕਦਾ ਹਾਂ? ਤਾਂ ਮੇਰੇ ਅੰਦਰ ਬੈਠਾ ਰੱਬ ਜਾਣ ਰਿਹਾ ਨਾ ਸਾਰਾ ਕੁਝ। ਇਸੇ ਨੂੰ ਕਹਿੰਦੇ ਨੇ ਅੰਦਰ ਬੈਠਾ ਜਾਣਦਾ ਹੈ। ਤੂੰ ਸਭ ਕੁਝ ਜਾਣਦਾ ਹੈ। ਸਭ ਕੁਝ ਤੇਰੇ ਵਸ, ਤੇਰਾ ਘਰ ਭਲਾ। ਤੇਰਾ ਘਰ ਦਾ ਮਤਲਬ ਤੇਰਾ ਇਹ ਸੰਸਾਰ ਜਿੱਥੇ ਤੂੰ ਵਸਦਾ ਹੈ। ਰੱਬ ਦਾ ਘਰ ਕਿਹੜਾ ਹੈ? ਕੁਦਰਤ ਕਰਕੇ ਵਸਿਆ ਸੋਏ, ਇਹ ਜਗ ਸੱਚੇ ਕੀ ਹੈ ਕੋਠੜੀ। ਇਹ ਸੰਸਾਰ ਹੀ ਰੱਬ ਦਾ ਘਰ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਸਭ ਕੁਝ ਤੇਰੇ ਵਸ ਵਿੱਚ ਹੈ। ਸਾਰੀ ਸ੍ਰਿਸ਼ਟੀ, ਵਸ ਦਾ ਮਤਲਬ ਹੁਕਮ ਵਿੱਚ, ਹੁਕਮ ਵਿੱਚ ਹੈ, ਕੁਦਰਤੀ ਨੇਮਾਂ ਦੇ ਅੰਦਰ ਹੈ। ਸਾਰੀ ਕਾਇਨਾਤ ਤੇਰੇ ਹੁਕਮ ਵਿੱਚ ਹੈ, ਤੇਰੇ ਵਸ ਵਿੱਚ ਹੈ। ਔਰ ਤੇਰਾ ਇਹ ਸੰਸਾਰ ਘਰ ਬੜਾ ਭਲਾ ਹੈ, ਬੜਾ ਸੁਹਾਵਣਾ ਹੈ। ਦੇਖੋ ਹੁਣ ਨਜ਼ਰੀਆ ਹੈ। ਸਾਨੂੰ ਇਹ ਸੰਸਾਰ ਦੁੱਖਾਂ ਦਾ ਘਰ ਦਿਸਦਾ ਹੈ, ਮੁਸੀਬਤਾਂ ਦਾ ਘਰ ਦਿਸਦਾ ਹੈ, ਬੁਰਾ ਦਿਸਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਤੇਰਾ ਇਹ ਸੰਸਾਰ ਘਰ ਬੜਾ ਭਲਾ ਹੈ। ਹੁਣ ਵੇਖਣ ਦਾ ਨਜ਼ਰੀਆ ਹੈ ਨਾ ਕਿ ਅਸੀਂ ਇਹ ਸੰਸਾਰ ਘਰ ਵਿੱਚ ਆਪਣੇ ਹਿਰਦੇ ਸੋਚ ਦੇ ਅੰਦਰ ਕੀ ਵੇਖਦੇ ਹਾਂ, ਬੁਰਾਈਆਂ ਜਾਂ ਚੰਗਿਆਈਆਂ। ਤਾਂ ਇਹ ਸੰਸਾਰ ਦੇ ਅੰਦਰ ਸਭ ਕੁਝ ਭਲਾ ਹੋ ਸਕਦਾ ਹੈ ਜੇ ਬੰਦਾ ਆਪਣੀ ਸੋਚ ਨੂੰ ਬਦਲ ਲੈ। ਤਾਂ ਇਹ ਸੰਸਾਰ ਬੜਾ ਸੁਹਾਵਣਾ ਹੈ, ਇਹ ਸੰਸਾਰ ਬੜਾ ਭਲਾ ਹੋ ਸਕਦਾ ਹੈ, ਸਮਾਜ ਬੜਾ ਭਲਾ ਹੋ ਸਕਦਾ ਹੈ, ਸਾਡੇ ਘਰ ਪਰਿਵਾਰ ਬੜੇ ਸੋਹਣੇ ਹੋ ਸਕਦੇ ਨੇ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਤੇਰੇ ਘਰ, ਤੇਰੇ ਹਿਰਦੇ ਵਿੱਚ ਸਦਾ ਆਨੰਦ ਹੈ ਔਰ ਖੁਸ਼ੀਆਂ ਨੇ। ਜਿੱਥੇ ਤੂੰ ਵਸਦਾ ਹੈ ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ। ਤੇ ਜੇ ਅਸੀਂ ਆਪਣੇ ਹਿਰਦੇ ਨੂੰ, ਆਪਣੀ ਸੋਚ ਨੂੰ ਰੱਬ ਦਾ ਘਰ ਬਣਾ ਲਈਏ ਤਾਂ ਸਾਡੇ ਹਿਰਦੇ ਅੰਦਰ ਵੀ ਖੁਸ਼ੀਆਂ ਆ ਸਕਦੀਆਂ ਨੇ, ਕਿਉਂਕਿ ਜਿੱਥੇ ਰੱਬ ਹੋਏਗਾ ਉੱਥੇ ਆਨੰਦ ਹੈ, ਉੱਥੇ ਖੁਸ਼ੀਆਂ ਨੇ। ਹੁਣ ਜੇ ਬੰਦਾ ਆਪਣੀ ਸੋਚ ਨੂੰ ਰੱਬ ਦਾ ਟਿਕਾਣਾ ਬਣਾ ਲੈ, ਘਰ ਬਣਾ ਲੈ, ਰੱਬੀ ਗੁਣਾਂ ਨੂੰ ਆਪਣੇ ਅੰਦਰ ਵਸਾ ਲੈ, ਤਾਂ ਸਾਡੀ ਸੋਚ ਅੰਦਰ ਵੀ ਖੁਸ਼ੀਆਂ ਆ ਸਕਦੀਆਂ ਨੇ। ਤੇ ਜੇ ਅਸੀਂ ਆਪਣੀ ਸੋਚ ਨੂੰ ਈਰਖਾ ਦਵੇਸ਼ ਦਾ ਘਰ ਬਣਾ ਲਈਏ ਤਾਂ ਅੰਦਰ ਈਰਖਾ ਦਵੇਸ਼ ਦੀ ਅੱਗ ਬਲਦੀ ਰਹੇਗੀ। ਇਹ ਡਿਪੈਂਡ ਹੁਣ ਸਾਡੇ ਤੇ ਕਰਦਾ ਕਿ ਅਸੀਂ ਕੀ ਚਾਹੁੰਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਹੇ ਪ੍ਰਭੂ ਤੇਰੇ ਘਰ ਵਿੱਚ ਜਿੱਥੇ ਤੂੰ ਵਸਦਾ ਹੈ ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਵਧਾਈਆਂ ਹੀ ਵਧਾਈਆਂ ਨੇ, ਉੱਥੇ ਖੁਸ਼ੀਆਂ ਹੀ ਖੁਸ਼ੀਆਂ ਨੇ। ਮਾਣ ਮਹੱਤਾ ਤੇਜ ਆਪਣਾ ਆਪ ਜਰ। ਮਾਣ ਮਹੱਤਾ ਦਾ ਮਤਲਬ ਹੈਗਾ ਮਾਣ ਵਡਿਆਈ, ਤੇਜ ਦਾ ਮਤਲਬ ਪ੍ਰਤਾਪ, ਆਪ ਜਰ ਦਾ ਮਤਲਬ ਜਰਦਾ ਹੈ ਤੂੰ, ਆਪਣੇ ਏਡੇ ਵੱਡੇ ਮਾਣ ਵਡਿਆਈ ਤੇ ਪ੍ਰਤਾਪ ਨੂੰ ਆਪ ਹੀ ਜਰਦਾ ਹੈ। ਆਪ ਹੀ ਜਰਦਾ ਹੈ ਦਾ ਮਤਲਬ ਇਹ ਤੈਨੂੰ ਹੀ ਸ਼ੋਭਦੇ ਨੇ। ਇਹ ਮਾਣ ਮਹੱਤਾ, ਇਹ ਵਡਿਆਈਆਂ ਸਾਰੀਆਂ ਤੇਰੇ ਵਿੱਚ ਹੀ ਨੇ, ਤੈਨੂੰ ਹੀ ਇਹ ਸ਼ੋਭਦੇ ਨੇ। ਤੇਰੇ ਅੰਦਰ ਇਹ ਮਾਣ ਮਹੱਤਾ ਸਾਰਾ ਕੁਝ, ਵਡਿਆਈਆਂ ਤੇਰੇ ਵਿੱਚ ਮੌਜੂਦ ਨੇ।
ਸਰਬ ਕਲਾ ਭਰਪੂਰ ਦਿਸੈ ਜਤ ਕਥਾ। ਇਹ ਭਰਪੂਰ ਨੂੰ ਭੂਰ ਨਹੀਂ ਪੜਨਾ, ਭਰਪੂਰ ਪੜਦੇ ਨਾ ਪੱਬਾ ਬੁੱਲ ਜਾਂਦਾ ਹੈ। ਭਰਪੂਰ, ਧਿਆਨ ਨਾਲ ਸੁਣੋ, ਭਰਪੂਰ, ਹੁਣ ਭੂਰ ਬੋਲ ਗਿਆ ਨਾ ਪੱਬਾ, ਪੱਪਾ ਬੋਲਣਾ ਹੈ ਭਰਪੂਰ, ਭਰਪੂਰ। ਭਰਪੂਰ ਦਾ ਮਤਲਬ ਭਰਿਆ ਹੋਇਆ, ਸਾਰੀਆਂ ਤਾਕਤਾਂ ਦੇ ਨਾਲ ਭਰਪੂਰ ਦਿਸਦਾ ਹੈ। ਜਿੱਧਰ ਵੀ ਵੇਖਦਾ ਹਾਂ ਉਧਰ ਤੂੰ ਨਜ਼ਰੀ ਪੈ ਰਿਹਾ ਹੈ। ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ ਦਿਸੈ ਜਤ ਕਥਾ, ਜਿੱਧਰ ਕਿੱਧਰ ਆਸੇ ਪਾਸੇ ਹਰ ਥਾਂ ਤੇ ਉਹੀ ਦਿਸ ਰਿਹਾ ਹੈ। ਹੁਣ ਨਜ਼ਰੀਆ ਹੈ ਕਿ ਜਿੱਧਰ ਕਿੱਧਰ ਆਸੇ ਪਾਸੇ ਸਾਰੀਆਂ ਤਾਕਤਾਂ ਦਾ ਮਾਲਕ ਰੱਬ ਦਿਸ ਰਿਹਾ ਹੈ। ਜਿੱਧਰ ਵੀ ਵੇਖਦਾ ਦੋਏ ਦੋਏ ਲੋਚਨ ਵੇਖਾਂ, ਹੁਣ ਹਰ ਬਿਨ ਔਰ ਨਾ ਦੇਖਾਂ। ਹੁਣ ਇਹ ਗੱਲ ਵੱਖਰੀ ਹੈ ਕਿ ਸਾਡੀ ਸੋਚ ਸੌੜੀ ਹੋਵੇ, ਮੇਰੀ ਮਾਨਸਿਕਤਾ ਛੋਟੀ ਹੋਵੇ ਤੇ ਮੈਂ ਤੁਹਾਡੇ ਵਿੱਚ ਔਰ ਇਸ ਸੰਸਾਰ ਦੇ ਅੰਦਰ ਰੱਬ ਨੂੰ ਵੇਖ ਨਾ ਸਕਾਂ, ਤੇ ਮੈਂ ਕਹਿਣਾ ਸ਼ੁਰੂ ਕਰ ਦਿਆਂ ਕਿ ਸੰਸਾਰ ਵਿੱਚ ਰੱਬ ਹੈ ਹੀ ਨਹੀਂ, ਰੱਬ ਤੇ ਸੱਚਖੰਡ ਵਿੱਚ ਬੈਠਾ ਹੈ, ਤਾਂ ਉਹ ਮੇਰੀ ਕਮਜ਼ੋਰੀ ਹੈ, ਉਹ ਮੇਰੀ ਨਜ਼ਰ ਦੀ ਸੌੜੀ ਸੋਚ ਦੀ ਕਮਜ਼ੋਰੀ ਹੈ। ਗੁਰੂ ਦੀ ਚਾਰ ਚਫੇਰੇ ਰੱਬ ਨੂੰ ਵੇਖ ਰਹੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਮੈਨੂੰ ਰੱਬ ਤੋਂ ਬਿਨਾਂ ਕੋਈ ਦਿਸਦਾ ਹੀ ਨਹੀਂ, ਦੋਏ ਦੋਏ ਲੋਚਨ ਪੇਖਾਂ, ਹੋਂ ਹਰ ਬਿਨ ਔਰ ਨਾ ਦੇਖਾਂ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ, ਜਿੱਥੇ ਜਾਂਦਾ ਹਾਂ ਰੱਬ ਹੀ ਰੱਬ ਦਿਸਦਾ ਹੈ, ਹੋਰ ਕੋਈ ਦਿਸਦਾ ਹੀ ਨਹੀਂ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ, ਜਿਹਨੂੰ ਸੁਣਦਾ ਉਹਦੇ ਅੰਦਰ ਰੱਬ ਹੀ ਬੋਲਦਾ ਦਿਸਦਾ ਹੈ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਕਹਿੰਦੇ ਨੇ ਕੌਣ ਬੋਲਦਾ ਹੈ, ਹੋਰ ਕੋਈ ਹੈ? ਤਾਂ ਨਜ਼ਰੀਆ, ਆਪਣੀ ਸੋਚ ਇੰਨੀ ਵਿਸ਼ਾਲ ਕਰਨੀ ਹੈ। ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਦਾਸਨ ਦਾਸ ਦਾ ਮਤਲਬ ਦਾਸਾਂ ਦਾ ਦਾਸ। ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ ਹੀ ਅਰਦਾਸ ਕਰਦਾ ਹੈ। ਬਿਨਵਤਾ ਦਾ ਮਤਲਬ ਤੇਰੇ ਅੱਗੇ ਹੀ ਝੁਕਦਾ ਹੈ, ਤੇਰੀ ਰਜ਼ਾ ਦੇ ਅੰਦਰ ਹੀ ਤੁਰਦਾ ਹੈ ਕਿ हे ਮਾਲਕ, ਮੈਂ ਤੇਰੇ ਦਾਸਾਂ ਦਾ ਦਾਸ ਹਾਂ ਔਰ ਤੇਰੇ ਹੁਕਮ ਦਾ ਪਾਲਣਹਾਰ ਹਾਂ, ਤੇਰੇ ਹੀ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਹਾਂ। ਸ਼ਲੋਕ ਮਹਿਲਾ ਪੰਜਵਾਂ। ਛਤੜੇ ਬਾਜ਼ਾਰ ਸੋਹਨ ਵਿੱਚ ਵਾਪਾਰੀਏ। ਛਤੜੇ ਦਾ ਮਤਲਬ ਬ੍ਰਹਿਮੰਡ ਰੂਪ ਛੱਤੇ ਹੋਏ ਬਾਜ਼ਾਰ। ਜਿੰਨੀਆਂ ਵੀ ਆ ਧਰਤੀਆਂ ਤੇ ਤਾਰੇ ਸਿਤਾਰੇ ਨੇ, ਇਹ ਮਾਨੋ ਹਰੀ ਦੇ ਸ਼ਹਿਰ ਨੇ, ਬਾਜ਼ਾਰ ਨੇ, ਜੋ ਆਕਾਸ਼ ਦੇ ਨਾਲ ਛੱਤੇ ਹੋਏ ਨੇ। ਜਿਵੇਂ ਛੱਤ ਨਹੀਂ ਪਾਇਆ ਹੁੰਦਾ, ਹੁਣ ਜਿਸ ਮਕਾਨ ਵਿੱਚ ਮੈਂ ਬੈਠਾ ਹਾਂ ਛੱਤ ਹੈ, ਤਾਂ ਨਿੱਕਾ ਜਿਹਾ ਛੱਤ ਹੈ, ਨਿੱਕਾ ਜਿਹਾ ਮਕਾਨ ਹੈ। ਰੱਬ ਦਾ ਇਹ ਸੰਸਾਰ ਬਹੁਤ ਵੱਡਾ ਹੈ। ਆਕਾਸ਼ ਮਾਨੋ ਜਿਹਦਾ ਛੱਤ ਹੈ, ਤੇ ਜਿੰਨੇ ਵੀ ਆ ਧਰਤੀਆਂ, ਆਕਾਸ਼, ਖੰਡ ਮੰਡਲ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ ਨੇ, ਇਹ ਮਾਨੋ ਉਹਦੇ ਬਾਜ਼ਾਰ ਨੇ, ਇਹ ਉਹਦਾ ਸੰਸਾਰ ਹੈ। ਤਾਂ ਇਸ ਉੱਪਰ ਦਿਸਦੇ ਆਕਾਸ਼, ਛੱਤ ਦੇ ਹੇਠਾਂ ਛੱਤੇ ਹੋਏ ਬੇਅੰਤ ਜਗ ਮੰਡਲ ਮਾਨੋ ਬਾਜ਼ਾਰ ਨੇ, ਬਾਜ਼ਾਰ ਨੇ। ਸੋਹਨ ਵਿੱਚ ਵਪਾਰੀਏ, ਤੇ ਇਹ ਜੋ ਸੰਸਾਰ ਹੈ, ਇਹਦੇ ਵਿੱਚ ਵਪਾਰੀ ਸ਼ੋਭ ਰਹੇ ਨੇ। ਤੇ ਉਹ ਕਿਹੜੇ ਵਪਾਰੀ ਸ਼ੋਭਦੇ ਨੇ? ਜਿਹੜੇ ਸੱਚ ਦਾ ਵਪਾਰ ਕਰਦੇ ਨੇ, ਉਹ ਸ਼ੋਭਾ ਪਾਉਂਦੇ ਨੇ। ਸਾਰੇ ਵਪਾਰੀ ਸ਼ੋਭਾ ਨਹੀਂ ਪਾਉਂਦੇ, ਉਹ ਵਪਾਰੀ ਸ਼ੋਭਦੇ ਨੇ ਜੋ ਸੱਚ ਦਾ ਵਪਾਰ ਕਰਦੇ ਨੇ, ਗੁਣਾਂ ਦਾ ਵਪਾਰ ਕਰਦੇ ਨੇ। ਉਹ ਇਸ ਸੰਸਾਰ ਦੇ ਅੰਦਰ ਸ਼ੋਭਾ ਪਾਉਂਦੇ ਨੇ। ਇਹ ਸੰਸਾਰ ਮਾਨੋ ਇੱਕ ਬਾਜ਼ਾਰ ਹੈ। ਇਹ ਬਾਜ਼ਾਰ ਦੇ ਅੰਦਰ ਜਿੰਨੇ ਵੀ ਜੀਵ ਜੰਤ ਨੇ, ਇਹ ਸਾਰੇ ਵਣਜਾਰੇ ਨੇ, ਔਰ ਇਹਨਾਂ ਵਣਜਾਰਿਆਂ ਦੇ ਵਿੱਚੋਂ ਉਹ ਸ਼ੋਭਾ ਪਾਉਂਦਾ ਹੈ ਜੋ ਸੱਚ ਦਾ ਵਪਾਰ ਕਰਦਾ ਹੈ। ਵਖਰ ਹਿਕ ਅਪਾਰ ਨਾਨਕ ਖੱਟੇ ਸੋ ਧਣੀ। ਧਣੀ ਦਾ ਮਤਲਬ ਅਮੀਰ। ਵਖਰ ਹਿਕ ਅਪਾਰ ਦਾ ਮਤਲਬ ਪ੍ਰਭੂ ਦੇ ਸ਼ੁਭ ਗੁਣਾਂ ਦਾ ਸੌਦਾ। ਹਿਕ ਦਾ ਮਤਲਬ ਇੱਕ, ਅਪਾਰ ਦਾ ਮਤਲਬ ਕਦੇ ਨਾ ਮੁੱਕਣ ਵਾਲਾ। हे ਨਾਨਕ, ਇਸ ਜਗਤ ਮੰਡੀ ਵਿੱਚ ਉਹ ਮਨੁੱਖ ਧਨਵਾਨ ਹੈ ਜੋ ਇੱਕ ਅਖੁੱਟ ਪ੍ਰਭੂ ਦੀ ਸਿਫਤ ਸਲਾਹ ਦਾ ਸੌਦਾ ਖੱਟਦਾ ਹੈ, ਪ੍ਰਭੂ ਦੀ ਸਿਫਤ ਸਲਾਹ ਦਾ ਸੌਦਾ ਕਰਦਾ ਹੈ, ਯਾਨੀ ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਂਦਾ ਹੈ। ਇਹ ਸੰਸਾਰ ਮੰਡੀ ਦੇ ਅੰਦਰ ਉਹ ਅਮੀਰ ਹੈ, ਉਹ ਧਨੀ ਹੈ, ਉਹ ਧਨਵੰਤ ਹੈ, ਉਹ ਕੁਲਵੰਤ ਹੈ, ਉਹ ਪਤਵੰਤ ਹੈ, ਜਿਸ ਦੀ ਸੋਚ ਦੇ ਅੰਦਰ ਸੱਚਾ ਵਸਦਾ ਹੈ। ਮਹਿਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾ ਹੈ। ਕਬੀਰ ਜੀ ਕਹਿੰਦੇ ਨੇ, ਨਾ ਕੋਈ ਮੇਰਾ ਹੈ ਔਰ ਮੈਂ ਕਿਸੇ ਦਾ ਨਹੀਂ ਹਾਂ। ਯਾਨੀ ਇੱਕ ਤਾਂ ਹੈ ਸਰੀਰ ਕਰਕੇ ਅਸੀਂ ਕਿਸੇ ਦੇ ਸੱਚੇ ਸदैवी ਸਾਥੀ ਨਹੀਂ, ਤੇ ਕੋਈ ਵੀ ਸਾਡੇ ਨਾਲ ਸਰੀਰਕ ਤੌਰ ਤੇ ਸदैवी ਸਾਥ ਨਿਭਾਉਣ ਵਾਲਾ ਨਹੀਂ ਹੈ। ਸਰੀਰਕ ਤੌਰ ਤੇ ਸਾਥ ਛੁੱਟ ਜਾਂਦੇ ਨੇ।
ਤੇ ਦੂਜੀ ਗੱਲ ਕਹਿ ਰਹੇ ਨੇ ਕਿ ਕਬੀਰਾ ਹਮਰਾ ਕੋ ਨਹੀਂ, ਕਿ ਰੱਬੀ ਗੁਣਾਂ ਨੂੰ ਛੱਡ ਕੇ ਮੇਰਾ ਕੋਈ ਸਾਥੀ ਨਹੀਂ ਹੈ। ਹਮ ਕਿਸ ਹੂੰ ਕੇ ਨਾ ਹੈ, ਮੈਂ ਕਿਸੇ ਦਾ ਸਾਥੀ ਨਹੀਂ ਆ। ਜਿੰਨੇ ਵੀ ਆ ਕਾਮ ਕ੍ਰੋਧ ਨੇ, ਇਹਨਾਂ ਚੋਂ ਕੋਈ ਮੇਰਾ ਸਾਥੀ ਨਹੀਂ, ਨਾ ਮੈਂ ਇਹਨਾਂ ਦਾ ਸਾਥੀ ਹਾਂ। ਸਗੋਂ ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ, ਜਿਸ ਪ੍ਰਭੂ ਨੇ ਇਹ ਰਚਨਾ ਰਚੀ ਹੈ, ਮੈਂ ਤੇ ਉਹਦੇ ਵਿੱਚ ਹੀ ਟਿਕਿਆ ਰਹਿੰਦਾ ਹਾਂ। ਉਹਦੇ ਗੁਣ ਹੀ ਮੇਰਾ ਸਾਥੀ ਨੇ, ਉਹੀ ਮੇਰਾ ਸੱਚਾ ਸਾਥੀ ਹੈ। ਮੇਰਾ ਕੋਈ ਨਹੀਂ ਹੈ, ਕਾਮ ਕ੍ਰੋਧ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਜਿੰਨੇ ਕਰਮ ਕਾਂਡ ਨੇ ਉਹ ਮੇਰਾ ਕੋਈ ਨਹੀਂ, ਨਾ ਮੈਂ ਉਹਨਾਂ ਦਾ ਹਾਂ। ਹਮ ਛੂਟੇ ਅਬ ਉਹਨਾਂ ਤੇ ਹਮ ਤੇ ਛੂਟੇ, ਮੇਰਾ ਉਹਨਾਂ ਦਾ ਤੋੜ ਵਿਛੋੜਾ ਹੈ। ਮੇਰਾ ਸਾਥੀ ਇੱਕੋ ਹੀ ਹੈ, ਜਿਨੇ ਇਹ ਰਚਨਾ ਰਚੀ ਹੈ, ਮੈਂ ਉਹਦੇ ਅੰਦਰ ਸਮਾਇਆ ਰਹਿੰਦਾ ਹਾਂ। ਤਾਂ ਆਪਣੇ ਸਾਥੀ ਗੁਣਾਂ ਨੂੰ ਬਣਾਉਣਾ ਹੈ, ਔਗੁਣਾਂ ਦੇ ਨਾਲ ਕੋਈ ਤਾਲਮੇਲ ਨਹੀਂ ਰੱਖਣਾ। ਨਾ ਉਹ ਸਾਡੇ ਨੇ, ਨਾ ਅਸੀਂ ਉਹਨਾਂ ਦੇ ਆ। ਸਾਡੇ ਸਿਰਫ ਰੱਬ ਦੇ ਗੁਣ ਨੇ, ਰੱਬੀ ਗੁਣ ਹੀ ਮੇਰੇ ਸੱਚੇ ਸਾਥੀ ਨੇ। ਪੌੜੀ। ਸਫਲਿਓ ਬਿਰਖ ਸੁਹਾਵੜਾ, ਹਰ ਸਫਲ ਅੰਮ੍ਰਿਤਾ। ਸਫਲਿਓ ਦਾ ਮਤਲਬ ਫਲ ਦੇਣ ਵਾਲਾ, ਜੋ ਹਰੇਕ ਦੀ ਮਿਹਨਤ ਨੂੰ ਫਲ ਲਾਵੇ। ਸੁਹਾਵਣਾ ਦਾ ਮਤਲਬ ਸੋਹਣਾ। ਰੱਬ ਮਾਨੋ ਇੱਕ ਸੋਹਣਾ ਵਫਾਦਾਰ ਰੁੱਖ ਹੈ, ਸੁਹਾਵਣਾ। ਰੱਬ ਮਾਨੋ ਸਪੋਜ਼ ਕਿ ਇੱਕ ਰੁੱਖ ਹੈ, ਜਿਵੇਂ ਰੁੱਖ ਦੇ ਨਾਲੋਂ ਫਲ ਲੱਗਦੇ ਨੇ ਨਾ ਬੜੇ ਮਿੱਠੇ, ਰੱਬ ਇੱਕ ਰੁੱਖ ਹੈ। ਹਰ ਸਫਲ ਦਾ ਮਤਲਬ ਫਲ ਦੇਣ ਵਾਲਾ। ਅੰਮ੍ਰਿਤਾ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੇ ਫਲ ਜਿਹਦੇ ਨਾਲ ਲੱਗੇ ਹੋਏ ਨੇ। ਰੱਬ ਮਾਨੋ ਇੱਕ ਰੁੱਖ ਹੈ ਤੇ ਉਸ ਦੇ ਨਾਲ ਆਤਮਿਕ ਜੀਵਨ ਦੇਣ ਵਾਲੇ ਫਲ ਲੱਗੇ ਨੇ। ਉਹ ਫਲ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣਾਂ ਦੇ ਫਲ ਲੱਗੇ ਨੇ, ਜੋ ਆਤਮਿਕ ਜੀਵਨ ਦੇਣ ਵਾਲੇ ਨੇ। ਮਨ ਲੋਚੈ ਉਨ ਮਿਲਣ ਕੋ, ਕਿਉਂ ਵੰਝੈ ਕੀਤਾ। ਵੰਝੈ ਕੀਤਾ ਦਾ ਮਤਲਬ ਕੀਤਾ ਵੰਝੈ। ਕੀਤਾ ਦਾ ਮਤਲਬ ਲਿਆ ਜਾ ਸਕੇ, ਜਿਵੇਂ ਕਿੱਦਾ, ਮੁੱਲ ਨਾ ਕਿੱਦਾ, ਲਿਆ। ਕੀਤਾ ਦਾ ਮਤਲਬ ਲੈਣਾ। ਵੰਝੈ ਕੀਤਾ ਦਾ ਮਤਲਬ ਲਿਆ ਜਾ ਸਕੇ। ਮਨ ਲੋਚੈ ਉਨ ਮਿਲਣ ਕੋ, ਮੇਰਾ ਮਨ ਰੱਬ ਨੂੰ ਮਿਲਣ ਵਾਸਤੇ ਲੋਚਦਾ ਹੈ। ਕਿਉਂ ਵੰਝੈ ਕੀਤਾ, ਮੈਂ ਕਿਵੇਂ ਮਿਲਾਂ ਰੱਬ ਨੂੰ, ਕਿਵੇਂ ਮਿਲਾਂ, ਸਾਧਨ ਕੀ ਹੈ? ਤਾਂ ਸਭ ਤੋਂ ਪਹਿਲਾਂ ਸਾਡੀ ਜ਼ਿੰਦਗੀ ਦੇ ਅੰਦਰ ਤਾਂਘ ਪੈਦਾ ਹੋਈ, ਫਿਰ ਸਵਾਲ ਪੈਦਾ ਹੋਏਗਾ ਕਿ ਕਿਵੇਂ ਮਿਲਾਂ। ਤਾਂ ਰੱਬ ਨੂੰ ਮਿਲਣ ਲਈ, ਰੱਬੀ ਗੁਣਾਂ ਨੂੰ ਮਿਲਣ ਲਈ ਮਨ ਲੋਚਦਾ ਹੈ, ਕਿਵੇਂ ਮਿਲਾਂ? ਵਰਨਾ ਚਿਹਨਾ ਬਾਹਰਾ, ਉਹ ਅਗਮ ਅਜਿੱਤਾ। ਵਰਨਾ ਦਾ ਮਤਲਬ ਰੰਗ, ਚਿਹਨ ਦਾ ਮਤਲਬ ਨਿਸ਼ਾਨ, ਅਗਮ ਦਾ ਮਤਲਬ ਅਪਹੁੰਚ। ਕਿਉਂਕਿ ਨਾ ਰੱਬ ਦਾ ਕੋਈ ਰੰਗ ਹੈ, ਨਾ ਉਹਦਾ ਕੋਈ ਚਿਹਨ ਚੱਕਰ ਹੈ, ਨਾ ਉਹਦੀ ਕੋਈ ਸ਼ਕਲ ਹੈ। ਉਹ ਪਹੁੰਚ ਤੋਂ ਪਰੇ ਹੈ, ਜਿੱਤਿਆ ਉਹਨੂੰ ਜਾ ਨਹੀਂ ਸਕਦਾ, ਤਾਂ ਕਿਵੇਂ ਮਿਲਾਂ? ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚਿਹਨ ਨਹੀਂ, ਸ਼ਕਲ ਨਹੀਂ, ਪਹੁੰਚ ਤੋਂ ਪਰੇ ਹੈ, ਜਿੱਤਨ ਤੋਂ ਪਰੇ ਹੈ, ਉਹਨੂੰ ਕਿਵੇਂ ਮਿਲਾਂ? ਉਹ ਪਿਆਰਾ ਜੀ ਕਾ ਜੋ ਖੋਲੇ ਪਿੱਤਾ। ਪਿੱਤਾ ਦਾ ਮਤਲਬ ਭੇਤ, ਦਰਵਾਜ਼ਾ, ਭੇਤ। ਜਿਹੜਾ ਇਹ ਭੇਤ ਖੋਲਦੇ, ਹੁਣ ਭੇਤ ਹੈ ਨਾ ਕਿ ਰੱਬ ਨੂੰ ਕਿਵੇਂ ਮਿਲਾਂ। ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਆਕਾਰ ਨਹੀਂ, ਉਹਨੂੰ ਕਿਵੇਂ ਮਿਲਾਂ? ਹੁਣ ਇਹ ਭੇਤ ਬਣਿਆ ਹੋਇਆ ਹੈ। ਤੇ ਜੇ ਕੋਈ ਇਸ ਭੇਤ ਨੂੰ ਖੋਲ ਦੇਵੇ ਕਿ ਤੂੰ ਐਵੇਂ ਮਿਲ ਸਕਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ, ਉਹ ਸੱਜਣ ਮੇਰਾ ਜਿੰਦ ਜਾਨ ਜਿੰਨਾ ਪਿਆਰਾ ਹੋਏਗਾ। ਜਿਹੜਾ ਸੱਜਣ ਮੈਨੂੰ ਇਹ ਭੇਤ ਸਮਝਾ ਦੇਵੇ, ਉਹ ਮੇਰੀ ਜਿੰਦ ਜਾਨ ਨੂੰ ਪਿਆਰਾ ਲੱਗੇਗਾ। ਉਹ ਪਿਆਰਾ ਜੀ ਕਾ, ਉਹ ਮੇਰੀ ਜਿੰਦ ਜਾਨ ਨੂੰ ਪਿਆਰਾ ਲੱਗੇਗਾ। ਉਹਦੇ ਤੋਂ ਮੈਂ ਆਪਣੀ ਜਿੰਦ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ। ਜੋ ਖੋਲੇ ਪਿੱਤਾ, ਜਿਹੜਾ ਇਹ ਭੇਤ ਖੋਲ ਦੇਵੇ, ਜਿਹੜਾ ਮੈਨੂੰ ਦੱਸ ਦੇਵੇ ਕਿ ਤੇਰਾ ਮਿਲਾਪ ਐਵੇਂ ਹੋ ਸਕਦਾ ਹੈ। ਸੇਵਾ ਕਰੀ ਤੁਸਾੜੀਆ, ਮੈਂ ਦੱਸਿਓ ਮਿੱਤਾ। ਇੱਥੇ ਕਰੀ ਪੜਨਾ ਹੈ, ਕਰੀ। ਸੇਵਾ ਕਰੀ। ਤੁਸਾੜੀਆ ਦਾ ਮਤਲਬ ਤੁਹਾਡੀ, ਮੈਂ ਦਾ ਮਤਲਬ ਮੈਨੂੰ, ਦੱਸਿਓ ਦਾ ਮਤਲਬ ਦੱਸੋ, ਮਿੱਤਾ ਦਾ ਮਤਲਬ ਮਿੱਤਰ। ਹੇ ਮੇਰੇ ਮਿੱਤਰ, ਮੈਨੂੰ ਇਹ ਭੇਦ ਦੱਸੋ। ਜੇ ਤੁਸੀਂ ਮੈਨੂੰ ਇਹ ਭੇਦ ਸਮਝਾਓਗੇ, ਮੈਂ ਤੁਹਾਡੀ ਸੇਵਾ ਕਰਾਂਗਾ, ਤੁਹਾਡੇ ਦੱਸੇ ਰਾਹ ਤੇ ਚੱਲਾਂਗਾ। ਹੁਣ ਸਾਨੂੰ ਇੱਥੇ ਇੱਕ ਬੜੇ ਗਜਬ ਦੀ ਚੀਜ਼ ਮਿਲ ਰਹੀ ਹੈ, ਜੋ ਸਾਡਾ ਮਿਲਵਰਤਨ ਆਪਸ ਵਿੱਚ, ਸਾਡੇ ਇਸ ਮਿਲਵਰਤਨ ਦੇ ਵਿੱਚ ਰੱਬ ਪ੍ਰਗਟ ਹੋ ਸਕਦਾ ਹੈ। ਅਸੀਂ ਐਵੇਂ ਬੋਲਚਾਲ ਆਪਣੀ ਬਣਾ ਸਕਦੇ ਹਾਂ ਕਿ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਮਿਲੀਏ, ਇੱਕ ਤਾਂ ਪਿਆਰ ਔਰ ਨਿਮਰਤਾ ਦੇ ਨਾਲ ਮਿਲੀਏ, ਤੇ ਸਾਡੀ ਜੋ ਗੱਲਬਾਤ ਦਾ ਬੇਸ ਹੈ,
जो अपनी रस्मी हाल चाल पुछना है परिवार का, कोई अपनी अपनी कोई प्रॉब्लम है वो साझी करके जे कोई है तो हाल चाल पुछ के रस्मी, ਤਾਂ ਸਾਡੀ ਗੱਲਬਾਤ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ ਕਿ ਅਸੀਂ ਰੱਬ ਨੂੰ ਕਿਵੇਂ ਮਿਲ ਸਕਦੇ ਹਾਂ, ਅਸੀਂ ਰੱਬ ਵਰਗੇ ਕਿਵੇਂ ਹੋ ਸਕਦੇ ਹਾਂ। ਸਾਡਾ ਬੇਸ ਇਹ ਹੋਵੇ ਗੱਲਬਾਤ ਦਾ ਕਿ ਸਾਡੇ ਔਗਣ ਕਿਵੇਂ ਖਤਮ ਹੋ ਸਕਦੇ ਨੇ, ਮੈਂ ਰੱਬ ਵਰਗਾ ਕਿਵੇਂ ਹੋ ਸਕਦਾ ਹਾਂ, ਮੈਂ ਆਪਣੀ ਜ਼ਿੰਦਗੀ ਦੇ ਅੰਦਰ ਜੋ ਗੁਣ ਨੇ ਉਹਨਾਂ ਨੂੰ ਕਿਵੇਂ ਪ੍ਰਗਟ ਕਰ ਸਕਦਾ ਹਾਂ। ਮੈਂ ਤੁਹਾਡੇ ਤੋਂ ਪੁੱਛਾਂ, ਤੁਸੀਂ ਮੈਨੂੰ ਦੱਸੋ, ਤੁਸੀਂ ਮੇਰੇ ਤੋਂ ਪੁੱਛੋ, ਮੈਂ ਤੁਹਾਨੂੰ ਦੱਸਾਂ। ਸਾਡੀ ਗੱਲਬਾਤ ਦਾ ਬੇਸ ਇਹ ਹੋਵੇ ਤਾਂ ਉਹਦੇ ਵਿੱਚੋਂ ਬਹੁਤ ਕੁਝ ਨਿਕਲੇਗਾ ਨਾ। ਤੇ ਫਿਰ ਨਿਮਰਤਾ ਹੋਵੇ ਕਿ ਮੈਂ ਤੁਹਾਡੀ ਸੇਵਾ ਕਰਾਂਗਾ, ਜਿਵੇਂ ਤੁਸੀਂ ਸੱਚ ਦੀ ਗੱਲ ਕਰੋਗੇ ਮੈਂ ਉਸ ਸੱਚ ਦੀ ਗੱਲ ਨੂੰ ਅਪਣਾਉਣ ਲਈ ਤਿਆਰ ਹਾਂ। ਸੇਵਾ ਕਰੀ ਤੁਸਾੜੀਆ ਮੈਂ ਦੱਸਿਓ ਮਿੱਤਾ ਕਿ ਮੇਰੇ ਮਿੱਤਰੋ ਮੈਨੂੰ ਦੱਸੋ ਕਿਵੇਂ ਮੈਂ ਰੱਬ ਵਰਗਾ ਹੋ ਜਾਵਾਂ, ਕਿਵੇਂ ਮੇਰਾ ਇਹ ਜਿਹੜਾ ਹੈ ਵਿਛੋੜਾ ਖਤਮ ਹੋਵੇ। ਕੁਰਬਾਨੀ ਮੰਨਾ ਵਾਰਣੇ ਬਲੇ ਬਲ ਕੀਤਾ। ਬਲੇ ਬਲ ਦਾ ਮਤਲਬ ਬਲ ਬਲ ਬਲਿਹਾਰ। ਮੈਂ ਤੁਹਾਤੋਂ ਸਦਕੇ ਵਾਰਨੇ ਕੁਰਬਾਨ ਜਾਵਾਂਗਾ, ਮੈਂ ਆਪਣਾ ਆਪਾ ਤੁਹਾਡੇ ਤੋਂ ਵਾਰ ਦਿਆਂਗਾ, ਮੈਂ ਜਿੰਦ ਜਾਨ ਕੁਰਬਾਨ ਕਰ ਦਿਆਂਗਾ। ਇੰਨਾ ਮਾਣ ਆਦਰ ਇੱਕ ਦੂਜੇ ਦਾ ਜੋ ਸਾਨੂੰ ਰੱਬੀ ਗੁਣਾਂ ਦੇ ਨਾਲ ਜੋੜੇ, ਇੰਨਾ ਮਾਣ ਆਦਰ ਦਿਲੀ ਤੌਰ ਤੇ ਹੋਵੇ। ਮੈਂ ਤੁਹਾਡੇ ਤੋਂ ਕੁਰਬਾਨ ਵਾਰਨੇ ਸਦਕੇ ਜਾਵਾਂਗਾ। ਗੁਰੂ ਜੀ ਕਹਿੰਦੇ ਨੇ ਮਿੱਤਰੋ ਮੈਨੂੰ ਦੱਸੋ, ਦਸਨ ਸੰਤ ਪਿਆਰਿਆ ਸੁਣੋ ਲਾਏ ਚਿੱਤਾ। ਦਸਨ ਦਾ ਮਤਲਬ ਦੱਸਦੇ ਨੇ, ਪਿਆਰਿਆ ਦਾ ਮਤਲਬ ਪਿਆਰੇ, ਸੰਤ ਦਾ ਮਤਲਬ ਸਚਿਆਰ, ਜੋ ਰੱਬ ਦੇ ਨਾਲ ਮਿਲੇ ਹੋਏ ਸਚਿਆਰ ਨੇ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਨੇ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀ ਰਹੇ ਨੇ, ਉਹ ਦੱਸਦੇ ਨੇ ਸੁਣੋ ਲਾਏ ਚਿੱਤਾ। ਚਿੱਤ ਲਾ ਕੇ ਸੁਣੋ। ਚਿੱਤ ਲਾ ਕੇ ਦਾ ਮਤਲਬ ਧਿਆਨ ਦੇ ਨਾਲ ਸੁਣੋ, ਧਿਆਨ ਦੇ ਨਾਲ ਸੁਣੋ ਕਿ ਮਿਲਾਪ ਕਿਵੇਂ ਹੋਏਗਾ। ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਕਿ ਜਿਸ ਦੇ ਅੰਦਰ ਇਹ ਸੰਸਕਾਰ ਲਿਖੇ ਨੇ ਮਿਲਾਪ ਵਾਲੇ, ਉਸ ਨੂੰ ਸਤਿਗੁਰ ਨੇ ਪ੍ਰਭੂ ਦੇ ਆਤਮਿਕ ਜੀਵਨ ਦੇਣ ਵਾਲਾ ਨਾਮ ਮੀਨਸ ਗੁਣ ਬਖਸ਼ੇ ਨੇ, ਪ੍ਰਭੂ ਦੀ ਸਿਫਤ ਸਲਾਹ ਬਖਸ਼ੀ ਹੈ। ਜਿਸ ਨੇ ਅੰਦਰ ਇਹ ਲੇਖ ਲਿਖੇ ਨੇ, ਜਿਸ ਦੇ ਅੰਦਰ ਇਹ ਭਾਵਨਾ ਪੈਦਾ ਹੋਈ ਹੈ, ਜੋ ਮਿਲਣਾ ਚਾਹੁੰਦਾ ਹੈ ਉਹ ਕਿਵੇਂ ਮਿਲੇਗਾ। ਉਹਨੂੰ ਗੁਰੂ ਨੇ ਇਹ ਰਾਸਤਾ ਦਿੱਤਾ ਹੈ, ਗੁਰੂ ਨੇ ਗਿਆਨ ਦੀ ਦਾਤ ਦਿੱਤੀ ਹੈ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ, ਨਾਮ ਦਾ ਮਤਲਬ ਹੁਕਮ, ਪ੍ਰਭੂ ਦੀ ਸਿਫਤ ਸਲਾਹ। ਉਹਨੂੰ ਗੁਰੂ ਨੇ ਇਹ ਰਾਹ ਦੱਸਿਆ ਹੈ, ਉਹ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ। ਤਾਂ ਹੁਣ ਦੇਖੋ ਇੱਥੇ ਬੜੇ ਗਜਬ ਦੀ ਗੱਲ ਹੈ ਕਿ ਅਸੀਂ ਪੁੱਛਿਆ ਹੈ ਦੂਜੇ ਤੋਂ ਜੋ ਗੁਰਸਿੱਖ ਸਚਿਆਰ ਹੈ, ਤੇ ਉਹਨੇ ਇਹ ਨਹੀਂ ਕਿਹਾ ਕਿ ਤੂੰ ਮੇਰੀ ਗੱਲ ਮੰਨ, ਮੈਂ ਤੈਨੂੰ ਦੱਸਦਾ ਤੂੰ ਐਵੇਂ ਸਮਾਧੀ ਲਾਇਆ ਕਰ, ਮੇਰੇ ਡੇਰੇ ਤੇ ਆ ਜਾਇਆ ਕਰ, ਜਾਂ ਤੂੰ ਫਲਾਣੇ ਪਹਾੜ ਤੇ ਚੜ ਜਾ, ਜਾਂ ਇਹ ਕੰਮ ਕਰ। ਉਹਨੇ ਇਹ ਗੱਲ ਨਹੀਂ ਦੱਸੀ ਕਿਉਂਕਿ ਸਚਿਆਰ ਹੈ ਨਾ। ਉਹਨੇ ਇਹ ਦੱਸਿਆ ਹੈ ਕਿ ਪਿਆਰਿਆ ਜਿਵੇਂ ਗੁਰੂ ਦੱਸਦਾ ਹੈ ਉਵੇਂ ਚੱਲੇਗਾ ਤੇ ਤੂੰ ਵੀ ਮਿਲ ਜਾਵੇਂਗਾ। ਜੇ ਸਾਡੀ ਜ਼ਿੰਦਗੀ ਦਾ ਬੇਸ ਇਹ ਬਣ ਜਾਏ, ਅਸੀਂ ਇੱਕ ਦੂਜੇ ਨੂੰ ਡਾਇਰੈਕਟ ਗੁਰੂ ਦੇ ਨਾਲ ਜੋੜੀਏ ਔਰ ਅਸੀਂ ਡਾਇਰੈਕਟ ਗੁਰੂ ਦੇ ਨਾਲ ਜੁੜੀਏ ਤੇ ਸਾਡਾ ਪਰਸਪਰ ਐਸਾ ਪਿਆਰ ਹੋ ਜਾਏ, ਸਾਡਾ ਜਿਹੜਾ ਮਿਲਵਰਤਨ ਹੈ ਉਹਦਾ ਬੇਸ ਐਸਾ ਬਣ ਜਾਏ, ਤਾਂ ਸਾਡੇ ਇਸ ਮਿਲਵਰਤਨ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਜਿਹੜਾ ਹੈ ਸਾਨੂੰ ਹੋ ਸਕਦਾ ਹੈ। ਤਾਂ ਜਿਸ ਲਿਖਿਆ ਨਾਨਕ ਦਾਸ, ਜਿਸ ਨੇ ਆਪਣੇ ਅੰਦਰ ਐਸੇ ਸੰਸਕਾਰ ਪੈਦਾ ਕੀਤੇ ਨੇ, ਜਿਸ ਨੇ ਆਪਣੇ ਅੰਦਰ ਐਸੀ ਲਗਨ ਪੈਦਾ ਕੀਤੀ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਮਿਲਾਪ ਵਾਲੀ ਲਗਨ ਪੈਦਾ ਕਰਨੀ ਹੈ। ਤੇ ਫਿਰ ਉਹਦਾ ਸੋਲੂਸ਼ਨ ਇਹ ਹੈ ਕਿ ਜੋ ਮਿਲਾਪ ਦਾ ਸਾਧਨ ਹੈ ਉਹ ਗੁਰੂ ਦੀ ਪਾਵਨ ਬਾਣੀ ਹੈ, ਗੁਰੂ ਦੀ ਪਾਵਨ ਬਾਣੀ ਦਾ ਦਿੱਤਾ ਹੋਇਆ ਵੇ ਆਫ ਲਾਈਫ ਹੈ। ਜੋ ਗੁਰੂ ਦੀ ਪਾਵਨ ਬਾਣੀ ਨੂੰ ਇੰਪਲੀਮੈਂਟ ਕਰੇਗਾ ਉਹ ਇਨਸਾਨ ਉਸ ਪ੍ਰਭੂ ਦੇ ਨਾਲ ਮਿਲ ਜਾਏਗਾ।